ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸ਼੍ਰੀ ਨਾਨਕ ਪਦ ਪੰਕਜ, ਬੰਦਨ ਪਗ ਪੰਕਜ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਗੁਰ ਹਿਰਦੈ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ, ਗੁਰੂ ਹਰਿ ਰਾਏ ਨਮੋ ਕਰ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ, ਗੁਰ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ। ਪੁਨ ਪੁਨ ਬੰਦਾ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲੇ ਸ਼੍ਰੀ ਅਰਜਨ, ਹਮ ਬਾਣੀ ਜਿਤ ਕਿਤ ਹੁਤੀ, ਕਰੀ ਇਕ ਥਾਏ। ਬ੍ਰਿੰਦ ਭਗਤ ਸੋ ਲਖ ਕਰ ਆਏ, 300 ਕਹਿਓ ਸੋ ਹਮ ਸਮਝਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਬਰ ਤਖਤ ਛਤਰ ਸਿੰਘਾਸਣ ਦੇ ਮਾਲਕ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਆਪਣਾ ਮਨੁੱਖਾ ਜਨਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸਫਰ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਐਸੇ ਸਤਿਗੁਰ ਜੀਆਂ ਦੇ ਬਚਨ ਆਉਂਦੇ ਹਨ ਇਤਿਹਾਸ ਵਿੱਚ। ਐਸੇ ਸਤਿਗੁਰ ਜੀ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਐਤਵਾਰ 28 ਅਗਸਤ 12 ਭਾਦਰੋਂ ਨੂੰ ਆ ਰਿਹਾ ਹੈ। ਉਸ ਦੇ ਸੰਬੰਧ ਵਿੱਚ ਆਪ ਜੀਆਂ ਨੇ ਜਿਸ ਤਰ੍ਹਾਂ ਕੱਲ ਤੋਂ ਕੁਝ ਪਿਛਲੇ ਦਿਨਾਂ ਤੋਂ ਕਥਾ ਸ਼ਰਵਣ ਕਰਦੇ ਆ ਰਹੇ ਹੋ, ਆਓ ਸਾਧ ਸੰਗਤ ਜੀ
ਆਦਿ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਹੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੀਵੜ ਅਵਰ ਨਾ ਕੋਏ। ਮਹਾਰਾਜ ਜੀਆਂ ਦੀ ਬਾਣੀ ਵਾਹੋ ਵਾਹੋ ਜਦੋਂ ਉਸ ਗਿਆਨ ਦੇ ਨਾਲ ਗੁਰਸਿੱਖ ਪੜ੍ਹਦਾ ਹੈ, ਸਤਿਗੁਰ ਜੀਆਂ ਦੀ ਕਿਰਪਾ ਨਾਲ ਜਦੋਂ ਪੜ੍ਹਦਾ ਹੈ, ਅਚਰਜ ਰਹਿ ਜਾਂਦਾ ਹੈ। ਫਿਰ ਮੁਖ ਤੋਂ ਵਾਹੋ ਵਾਹੋ ਭਾਵ ਧੰਨ ਧੰਨ ਹੀ ਨਿਕਲਦਾ ਹੈ। ਅੰਮ੍ਰਿਤ ਬਾਣੀ ਪ੍ਰਭ ਕੀ ਮੀਠੀ। ਮਹਾਰਾਜ ਜੀ ਕਹਿੰਦੇ ਹਨ, ਹਜੂਰ ਦੀ ਅੰਮ੍ਰਿਤ ਬਾਣੀ ਬੜੀ ਹੀ ਮਿੱਠੀ ਹੈ। ਇਸੇ ਤਰ੍ਹਾਂ ਬੇਅੰਤ ਬਚਨ ਆਉਂਦੇ ਹਨ, ਇਹ ਬਾਣੀ ਜੋ ਜੀਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਹਜੂਰ ਥਾਂ ਥਾਂ ਤੇ ਜਿਸ ਤਰ੍ਹਾਂ ਬਚਨ ਫਰਮਾਉਂਦੇ ਹਨ, ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਮਹਾਰਾਜ ਜੀਆਂ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਹੈ ਤੇ ਗੁਰਸਿੱਖਾਂ ਦੀ ਰਸਨਾ ਤੇ ਵੀ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਵਾਸ ਦਿੱਤਾ ਹੈ। ਆਦਿ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਹੀ ਹਜੂਰ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਲਿਖਾਰੀ ਲਾ ਕੇ ਕਰਤਾਰਪੁਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧਰਤੀ ਤੇ ਹਜੂਰ ਨੇ ਗੁਰਬਾਣੀ ਇਕੱਤਰ ਕਰਵਾਈ ਸੀ। ਉਸ ਤੋਂ ਉਪਰੰਤ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਈ ਪੈੜਾ ਮੁਖਾ ਜੀਆਂ ਨੂੰ ਲਿਖਾਰੀ ਲਾ ਕੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਲਿਖਵਾਇਆ ਹੈ, ਉਥੇ ਗੁਰਬਾਣੀ ਵੀ ਇਕੱਤਰ ਕੀਤੀ ਹੈ। ਜਿਸ ਸਮੇਂ ਸਿੱਖਾਂ ਨੇ ਪੁੱਛਿਆ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ, ਸਿੱਖ ਬੇਨਤੀ ਕਰਦੇ ਨੇ, ਹਜੂਰ ਇਹ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਆਪ ਜੀ ਇਤਿਹਾਸ ਲਿਖਵਾ ਰਹੇ ਹੋ, ਮਹਾਰਾਜ ਜੀ ਕੀ ਕਾਰਨ ਹੈ? ਉਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਸਨ, ਇਹ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਹੈ, ਇਹ ਪੜਨ ਸੁਨ ਮਾਤਰ ਸੇ ਹੀ ਗੁਰਸਿੱਖੀ ਤੇ ਨਾਮ ਦੀ ਦਾਤ ਪ੍ਰਾਪਤ ਹੋਵੇਗੀ। ਆਉਣ ਵਾਲੀਆਂ ਗੁਰਸਿੱਖਾਂ ਦੀਆਂ ਨਸਲਾਂ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਪੜ੍ਹਿਆ ਕਰਨਗੀਆਂ, ਉਹਨਾਂ ਦੇ ਵਿੱਚ ਗੁਰਸਿੱਖੀ ਦੀ ਸਪਿਰਿਟ ਭਰ ਆਇਆ ਕਰੇਗੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਐਸਾ ਪਾਵਨ ਪਵਿੱਤਰ ਇਤਿਹਾਸ ਹੈ, ਉਹ ਜੋ ਭਾਈ ਬਾਲਾ ਜੀਆਂ ਉਚਾਰਨ ਕਰਦੇ ਸਨ ਤੇ ਭਾਈ ਪੈੜਾ ਮੋਖਾ ਜੀ ਉਸ ਨੂੰ ਲਿਖਦੇ ਸਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਸ਼ਰਵਣ ਕਰਿਆ ਕਰਦੇ ਹਨ। ਸੇਵਕ ਰੂਪ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ। ਭਗਤ ਸੈਣ ਜੀਆਂ ਦੇ ਸਮਰਸ ਇੱਕ ਧਿੰਗਾ ਨਾਈ ਬੈਠਾ ਹੈ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਇਹ ਇਤਿਹਾਸ ਦੀ ਕਥਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸੁਣਨ ਵਾਸਤੇ ਬੈਠਦੇ ਨੇ। ਐਸੇ ਸਰੋਤਿਆਂ ਵਿੱਚ ਬ੍ਰਹਮ ਗਿਆਨੀ ਸੱਜੇ ਨੇ। ਜਦੋਂ ਧੰਨ ਭਾਈ ਬਾਲਾ ਜੀ ਇਤਿਹਾਸ ਸੁਣਾਇਆ ਕਰਦੇ, ਜ਼ਿਕਰ ਆਉਂਦਾ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਕਿੰਨੇ ਦਿਨ ਸਮਾਧੀ ਹੀ ਲੱਗ ਜਾਇਆ ਕਰਦੀ। ਐਸਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਹੈ। 18ਵੀਂ ਸਦੀ ਵਿੱਚ ਗੁਰਸਿੱਖ ਜੋ ਘਰ ਵਿੱਚ ਵੱਡਾ ਬਜ਼ੁਰਗ ਹੋਇਆ ਕਰਦਾ ਸੀ, ਆਪਣੇ ਪੋਤਰਿਆਂ ਨੂੰ ਸੁਣਾਉਂਦਾ ਸੀ। ਇਹ ਕਾਰਨ ਸੀ ਕਿ ਗੋਰਿਆਂ ਨੇ, ਅੰਗਰੇਜ਼ਾਂ ਨੇ ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਇਤਿਹਾਸ ਤੇ ਪਾਬੰਦੀ ਲਾ ਦਿੱਤੀ ਸੀ, ਕਿਉਂਕਿ ਉਹ ਜਾਣਦੇ ਹਨ ਜਿੰਨਾ ਚਿਰ ਇਹਨਾਂ ਪਾਸ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਹੈ, ਇਹਨਾਂ ਵਿੱਚੋਂ ਕੋਈ ਸਿੱਖੀ ਨਹੀਂ ਕੱਢ ਸਕਦਾ। ਅੱਜ ਸਾਧ ਸੰਗਤ ਜੀ ਉਹ ਇਤਿਹਾਸ ਸੁਣਨਾ ਵੀ ਬੜਾ ਔਖਾ ਹੋ ਗਿਆ ਹੈ, ਪੜ੍ਹਨਾ ਦੂਰ ਦੀ ਗੱਲ ਹੈ। ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੀ ਬਾਣੀ ਉਚਾਰਨ ਕੀਤੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੀ ਬਾਣੀ ਉਚਾਰਨ ਕਰਕੇ ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਇਕੱਤਰ ਕਰਕੇ ਉਹ ਪੋਥੀਆਂ ਬਾਬਾ ਸਾਧ ਸੰਗਤ ਜੀ ਮੋਹਨ ਜੀਆਂ ਦੇ ਪਾਸ ਜਿਸ ਤਰ੍ਹਾਂ ਉਹਨਾਂ ਨੂੰ ਦੇ ਦਿੱਤੀਆਂ ਸਨ, ਸੌਂਪ ਦਿੱਤੀਆਂ ਸਨ, ਆਪ ਜੀਆਂ ਨੇ ਕੱਲ ਸ਼ਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ
ਆਪ ਹਰੀ ਉਹ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਸਾਧ ਸੰਗਤ ਜੀ ਥੱਲੇ ਜ਼ਮੀਨ ਤੇ ਬੈਠ ਕੇ ਸਿੱਖ ਲੈ ਕੇ ਆਏ ਹਨ ਦੁਸ਼ਾਲੇ, ਪਰ ਹਜੂਰ ਨੇ ਗੁਰਬਾਣੀ ਦਾ ਇੰਨਾ ਸਤਿਕਾਰ ਕੀਤਾ ਹੈ। ਮਹਾਰਾਜ ਜੀ ਆਪ ਥੱਲੇ ਬੈਠੇ ਹਨ ਧਰਤੀ ਤੇ। ਅੱਜ ਜੇ ਆਪਾਂ ਦੇਖੀਏ ਕਿ ਗੁਰੂ ਸਾਹਿਬ ਦੇ ਬਰੋਬਰ ਜੇ ਬੈਠੀਏ, ਆਪ ਜਿੱਥੇ ਹਰੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਣੀ ਦਾ ਸਤਿਕਾਰ ਦੱਸਿਆ ਹੈ ਸਿੱਖਾਂ ਨੂੰ ਕਰਨਾ। ਉਸ ਸਮੇਂ ਬਾਬਾ ਮੋਹਨ ਜੀਆਂ ਤੋਂ ਪੋਥੀ ਸਾਹਿਬ ਲੈ ਕੇ ਹਜੂਰ ਅੰਮ੍ਰਿਤਸਰ ਸਾਹਿਬ ਵਿਖੇ ਆਏ ਨੇ। ਇੱਥੇ ਬਾਬਾ ਸਾਧ ਸੰਗਤ ਜੀ ਰਾਮਸਰ ਵਾਲੇ ਅਸਥਾਨ ਮਹਾਰਾਜ ਜੀਆਂ ਨੇ ਪਸੰਦ ਕੀਤਾ ਹੈ, ਜਿੱਥੇ ਅੱਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ। ਨਾਲ ਸਰੋਵਰ ਹਜੂਰ ਨੇ ਸਾਧ ਸੰਗਤ ਜੀ ਖੁਦਵਾਇਆ ਹੈ। ਮਹਾਰਾਜ ਜੀਆਂ ਨੇ ਗੌੜੀ ਰਾਗ ਵਿੱਚ ਬਚਨ ਉਚਾਰਨ ਕੀਤੇ ਹਨ। ਨਿਤ ਪ੍ਰਤ ਨਾਵਨ ਰਾਮਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਐਸਾ ਉਹ ਪਾਵਨ ਪਵਿੱਤਰ ਸਰੋਵਰ ਹਜੂਰ ਨੇ ਸਾਧ ਸੰਗਤ ਜੀ ਬਾਣੀ ਇਕੱਠੀ ਇਕੱਤਰ ਕਰਨਾ ਸ਼ੁਰੂ ਕੀਤੀ ਹੈ। ਧੰਨ ਭਾਈ ਗੁਰਦਾਸ ਜੀਆਂ ਨੂੰ ਲਿਖਾਰੀ ਲਾਇਆ ਹੈ। ਹਜੂਰ ਨੇ 52 ਅੱਖਰੀ ਇਤਿਆਦਿਕ ਸ੍ਰੀ ਸੁਖਮਣੀ ਸਾਹਿਬ ਜੀਆਂ ਦੀ ਗੁਰਬਾਣੀ ਹਜੂਰ ਇਕੱਤਰ ਕਰਦੇ ਜਾ ਰਹੇ ਹਨ। ਰਾਮਕਲੀ ਰਾਗ ਦੇ ਵਿੱਚ ਹਜੂਰ ਨੇ ਰਾਮਕਲੀ ਕੀ ਵਾਰ ਦੇ ਆਪ ਜੀਆਂ ਨੇ ਕੱਲ ਸ਼ਰਵਣ ਕੀਤਾ ਸੀ। ਫਿਰ ਬਸੰਤ ਕੀ ਵਾਰ ਹਜੂਰ ਨੇ ਜਿਸ ਤਰ੍ਹਾਂ ਉਚਾਰਨ ਕੀਤੀ ਹੈ, ਇਤਿਆਦਿਕ ਰਾਮਕਲੀ ਸਦ ਬਾਬਾ ਸੁੰਦਰ ਜੀਆਂ ਦਾ ਉਚਾਰਨ ਕੀਤਾ ਹੈ। ਫਿਰ ਸਾਧ ਸੰਗਤ ਜੀ ਜਿਸ ਤਰ੍ਹਾਂ ਕੱਲ ਆਪ ਜੀਆਂ ਨੇ ਸ਼ਰਵਣ ਕੀਤਾ ਸੀ, ਭਾਈ ਲੱਧਾ ਪਰਉਪਕਾਰੀ ਜਿਸ ਸਮੇਂ ਲਾਹੌਰ ਪੁੱਜਦੇ ਹਨ, ਲਾਹੌਰ ਦੇ ਵਿੱਚ ਇਹ ਖਬਰ ਫੈਲ ਜਾਂਦੀ ਹੈ। ਇੱਕ ਤਾਂ ਗੁਰੂ ਜੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਐਸਾ ਜਹਾਜ਼ ਤਿਆਰ ਕੀਤਾ ਹੈ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਜੋ ਇਸ਼ਨਾਨ ਕਰਦਾ ਹੈ ਉਹ ਸਿੱਧਾ ਸੱਚਖੰਡ ਨੂੰ ਜਾਂਦਾ ਹੈ। ਸਭ ਉਸ ਦੇ ਪਾਪ ਧੁੱਪ ਜਾਂਦੇ ਨੇ। ਫਿਰ ਹਜੂਰ ਆਪ ਹੀ ਇੱਕ ਮਹਾਰਾਜ ਜੀ ਜਹਾਜ਼ ਦੀ ਨਿਆਈ ਹਨ, ਜਿਸ ਬਾਬਤ ਭੱਟ ਮਥੁਰਾ ਜੀ ਕਹਿੰਦੇ ਹਨ, ਕਲ ਮਹਾਰਾਜ ਜੀ ਕਹਿੰਦੇ ਹਨ, ਕਲ ਯੁਗ ਦੇ ਵਿੱਚ ਸਗਲ ਸ੍ਰਿਸ਼ਟ ਲਗ ਬੇਤਰਹੋ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਲ ਯੁਗ ਦੇ ਵਿੱਚ ਜਹਾਜ਼ ਦੀ ਨਿਆਈ ਹਨ। ਸਾਰੀ ਸ੍ਰਿਸ਼ਟੀ ਦੇ ਲੋਕੋ ਉਸ ਜਹਾਜ਼ ਦੇ ਨਾਲ ਲੱਗ ਕੇ ਤੁਸੀਂ ਵੀ ਤਰਨਾ ਕਰੋ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਵਾਕ ਭੱਟ ਸਾਹਿਬਾਨਾਂ ਜੀਆਂ ਨੇ ਕਹੇ ਹਨ। ਜਦੋਂ ਐਸਾ ਜਸ ਹਜੂਰ ਦਾ ਫੈਲਿਆ ਹੈ, ਲਾਹੌਰ ਦੇ ਵਿੱਚ ਉਦੋਂ 4 ਭਗਤ ਰਹਿੰਦੇ ਹਨ, ਜਿਨ੍ਹਾਂ ਦੇ ਨਾਮ ਆਉਂਦੇ ਹਨ ਪੀਲੂ, ਸੱਜੋ, ਸ਼ਾਹ ਹੁਸੈਨ, ਕਾਨਾ ਇਤਿਆਦਿਕ। ਉਹਨਾਂ ਨੂੰ ਪਤਾ ਲੱਗਾ ਅਸੀਂ ਕਲਯੁਗ ਦੇ ਵਿੱਚ ਭਗਤ ਕਹੇ ਜਾਂਦੇ ਹਾਂ, ਤਾਂ ਉਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਇਹ ਵੀ ਆਉਂਦੇ ਨੇ। ਹਜੂਰ ਬੜਾ ਇਹਨਾਂ ਨੂੰ ਸਤਿਕਾਰ ਤੇ ਮਾਣ ਦਿੰਦੇ ਨੇ। ਉਸ ਸਮੇਂ ਹਜੂਰ ਨੂੰ ਆ ਕੇ ਕਹਿੰਦੇ ਨੇ ਕਿ ਤੁਸੀਂ ਸਾਨੂੰ ਨਹੀਂ ਬੁਲਾਉਣਾ ਕੀਤਾ, ਜਿਹੜੇ ਤਾਂ ਸੰਸਾਰ ਤੋਂ ਚਲੇ ਗਏ ਨੇ, ਭਾਵ ਮਰ ਗਏ ਨੇ, ਉਹਨਾਂ ਭਗਤਾਂ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜਾ ਰਹੇ ਹੋ। ਅਸੀਂ ਤਾਂ ਜਿੰਦਾ ਹਾਂ, ਸੰਸਾਰ ਦੇ ਵਿੱਚ ਇਹ ਬਿਦਤ ਹੈ। ਸਾਡੀ ਆਗਿਆ ਸਾਰਾ ਸੰਸਾਰ ਜਿੱਦਾਂ ਵੇਦ ਸ਼ਾਸਤਰਾਂ ਦਾ ਉਪਦੇਸ਼ ਹੁੰਦਾ ਹੈ ਇਸ ਤਰ੍ਹਾਂ ਮੰਨਦਾ ਹੈ। ਫਿਰ ਐਸਾ ਇਹਨਾਂ ਦੇ ਵਿੱਚ ਸਾਧ ਸੰਗਤ ਜੀ ਹੰਕਾਰ ਸੀ। ਕਹਿੰਦੇ ਹਨ ਰਾਜੇ ਰੰਕ ਕੀ, ਸਭ ਸਾਡੇ ਪ੍ਰਤਾਪ ਤੋਂ ਜਾਣੂ ਹਨ। ਤੇ ਮਨ ਵਿੱਚ ਸੋਚਦੇ ਸੀ ਜੇ ਸਾਡੀ ਬਾਣੀ ਹਜੂਰ ਦਰਜ ਕਰਨਗੇ ਸਾਨੂੰ ਵੀ ਸੰਸਾਰ ਵਿੱਚ ਹੋਰ ਮਾਣ ਪ੍ਰਾਪਤ ਹੋਵੇਗਾ। ਹਜੂਰ ਜਿਸ ਤਰ੍ਹਾਂ ਇਹਨਾਂ ਨੂੰ ਕਹਿੰਦੇ ਹਨ ਤੁਸੀਂ ਵਾਰੀ ਸਿਰ ਆਪਣੀ ਬਾਣੀ ਸੁਣਾਉਣਾ ਕਰੋ, ਅਸੀਂ ਫਿਰ ਦੇਖ ਕੇ ਦਰਜ ਕਰਦੇ ਹਾਂ ਕਿ ਗੁਰੂ ਘਰ ਦੇ ਸਿਧਾਂਤ ਦੇ ਨਾਲ ਹੈ, ਅਨੁਕੂਲ ਹੈ ਕਿ ਕਿਸ ਤਰ੍ਹਾਂ ਹੈ ਤੁਹਾਡੀ ਬਾਣੀ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗਤਾਂ ਵਿੱਚ ਸੱਜੇ ਹਨ, ਸਭ ਤੋਂ ਪਹਿਲੋਂ ਇਹਨਾਂ ਦੇ ਵਿੱਚੋਂ ਜੋ ਸਾਧ ਸੰਗਤ ਜੀ ਕਾਨਾ ਹੈ, ਉਹ ਆਪਣੀ ਬਾਣੀ ਜਿਸ ਤਰ੍ਹਾਂ ਹਜੂਰ ਨੂੰ ਸੁਣਾਉਂਦਾ ਹੈ, ਮਹਾਰਾਜ ਜੀ ਉਸ ਨੂੰ ਜਿਸ ਤਰ੍ਹਾਂ ਉੱਤਰ ਦਿੰਦੇ ਨੇ,
ਪ੍ਰੇਮ ਸ਼ਰਧਾ ਨਾਲ ਸ਼ਰਵਣ ਕਰੀਏ। ਦੋਨੋਂ ਹੱਥ ਜੋੜ ਕੇ ਅਦਬ ਸਹਿਤ ਸਤਿਗੁਰ ਜੀਆਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲੇ ਸ਼੍ਰੀ ਅਰਜਨ ਹਮ ਬਾਣੀ ਜਿਤ ਕਿਤ ਹੁਤੀ ਕਰ ਇਕ ਥਾਇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ ਹਨ ਇਹਨਾਂ ਚਾਰਾਂ ਭਗਤਾਂ ਨੂੰ, ਅਸੀਂ ਜਿੱਥੋਂ ਕਿੱਥੋਂ ਹਜੂਰ ਦੀ ਬਾਣੀ ਸਾਨੂੰ ਮਿਲੀ ਹੈ ਇਕੱਤਰ ਕਰਕੇ ਇੱਕ ਥਾਂ ਤੇ ਇਕੱਠੀ ਕੀਤੀ ਹੈ। ਬ੍ਰਿੰਦ ਭਗਤ 100 ਲੱਖ ਕਰ ਆਏ। ਇਸੇ ਤਰ੍ਹਾਂ ਬ੍ਰਿੰਦ ਭਗਤ ਹਨ ਜਿਹੜੇ 15 ਭਗਤਾਂ ਦੀ ਬਾਣੀ ਹਜੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਹੈ, ਉਹ ਲੈ ਕੇ ਆਏ ਹਨ। 300 ਕਹਿਓ ਸੋ ਹਮ ਸਮਝਾਏ। ਉਹਨਾਂ ਨੂੰ ਵੀ ਅਸੀਂ ਕੁਝ ਇਸ ਤਰ੍ਹਾਂ ਦੇ ਬਚਨ ਕਹੇ ਸੀ। ਗੁਰਬਾਣੀ ਅਨੁਸਾਰ ਬਣਾਈ ਦੇਖ। ਜਿਸ ਸਮੇਂ ਉਹਨਾਂ ਦੀ ਗੁਰਬਾਣੀ ਹਜੂਰ ਕਹਿੰਦੇ ਨੇ ਗੁਰਬਾਣੀ ਅਨੁਸਾਰ ਬਣਾਈ ਦੇਖ। ਹਾਂਜੀ, ਮਿਲਤ ਕੋ ਦਈ ਲਿਖਾਏ। ਜਿਹੜੀ ਬਾਣੀ ਗੁਰੂ ਘਰ ਦੇ ਸਿਧਾਂਤ ਨਾਲ ਰਲਦੀ ਹੈ ਉਹ ਅਸਾਂ ਨੇ ਲਿਖਾ ਦਿੱਤੀ ਹੈ। ਭਾਵ ਜਿਸ ਤਰ੍ਹਾਂ ਭਗਤ ਕਬੀਰ ਜੀਆਂ ਦੀ ਬਾਣੀ ਹੈ ਇੰਨੀ ਹੀ ਨਹੀਂ, ਕੇਵਲ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਹੈ ਉਹਨਾਂ ਦੀ ਹੋਰ ਵੀ ਬਾਣੀ ਹੈ। ਜਿਸ ਤਰ੍ਹਾਂ ਆਉਂਦੀ ਹੈ ਮਾਰਗ ਚਲਤੇ ਜੋ ਗਿਰੈ ਤਾਹੇ ਨਾ ਲਾਗੈ ਦੋਸ, ਕਹੈ ਕਬੀਰ ਬੈਠਾ ਰਹਿ ਤਾਂ ਸਿਰ ਚੜ੍ਹੈ ਕੋਸ। ਇਤਿਆਦਿਕ ਹੋਰ ਵੀ ਬਾਣੀ ਹੈ, ਪਰ ਗੁਰੂ ਜੀਆਂ ਦੇ ਸਾਧ ਸੰਗਤ ਜੀ ਗੁਰਬਾਣੀ ਗੁਰੂ ਦੇ ਜੋ ਮੁਖ ਵਿੱਚੋਂ ਬਾਣੀ ਨਿਕਲੀ ਹੈ ਉਹੀ ਕੇਵਲ ਸਾਧ ਸੰਗਤ ਜੀ ਖਾਲਸਾ ਉਸ ਨੂੰ ਸਿਰ ਝੁਕਾਉਂਦਾ ਹੈ, ਨਮਸਕਾਰਾਂ ਗੁਰੂ ਰੂਪ ਹੈ। ਬਾਕੀ ਬਾਣੀ ਦਾ ਵੀ ਖਾਲਸਾ ਅਦਬ ਤੇ ਸਤਿਕਾਰ ਕਰਦਾ ਹੈ, ਪਰ ਜੋ ਗੁਰੂ ਜੀਆਂ ਦੇ ਮੁਖ ਦੁਆਰਾ ਬਾਣੀ ਨਿਕਲੀ ਹੈ ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿ ਰਹੇ ਨੇ ਜੋ ਗੁਰੂ ਘਰ ਦੇ ਸਿਧਾਂਤ ਦੇ ਨਾਲ ਬਾਣੀ ਰਲਦੀ ਹੈ ਉਹ ਅਸਾਂ ਨੇ ਲਿਖਵਾਉਣਾ ਕੀਤੀ ਹੈ। ਤੁਮ ਅਬ ਆਏ ਕਰਹੁ ਸ਼ਬਦ ਨਿਜ। ਤੁਸੀਂ ਹੁਣ ਆਏ ਹੋ ਆਪਣੇ ਸ਼ਬਦ ਵੀ ਤੁਸੀਂ ਉਚਾਰਣਾ ਕਰੋ। ਸੁਨੈ ਉਚਿਤ ਤਬ ਲੇਹ ਚੜਾਏ। ਉਚਿਤ ਜਾਣ ਕੇ ਸਿਧਾਂਤ ਜਾਣ ਕੇ ਉਸ ਦਾ ਫਿਰ ਅਸੀਂ ਤੁਹਾਡੀ ਬਾਣੀ ਵੀ ਦਰਜ ਕਰ ਦਵਾਂਗੇ। ਬ੍ਰਹਮ ਗਿਆਨ ਕੋ ਮਨ ਅਭਿਮਾਨਾ। ਜਿੰਦੇ ਮਨ ਦੇ ਵਿੱਚ ਬ੍ਰਹਮ ਗਿਆਨ ਦਾ ਬੜਾ ਮਾਣ ਸੀ। ਸੁਨ ਕਾਨਾ ਔਰ ਹਰਖਤ ਹੋਏ। ਇਹ ਜੋ ਭਗਤ ਕਾਨਾ ਹੈ ਬ੍ਰਹਮ ਗਿਆਨ ਦਾ ਬੜਾ ਮਾਣ ਸੀ, ਮਨ ਦੇ ਵਿੱਚ ਬੜਾ ਖੁਸ਼ ਹੋਇਆ ਹੈ। ਜਾਨੋ ਗੁਰ ਅਨੁਸਾਰ ਹਮਾਰੇ। ਜਾਣਿਆ ਹੈ ਕਿ ਗੁਰੂ ਜੀ ਤਾਂ ਸਾਡੇ ਹੀ ਅਨੁਸਾਰ ਹਨ, ਸਾਡਾ ਕਹਿਣਾ ਉਹਨਾਂ ਨੇ ਮੰਨ ਲਿਆ ਹੈ। ਮੈਂ ਕਿਆ ਲਗ ਹੋਂ ਲਖੈ ਨਾ ਜਾਏ। ਮੈਂ ਕਿਹੜਾ ਕੋਈ ਛੋਟਾ ਹਾਂ ਜਿਹੜਾ ਇਹ ਗੁਰੂ ਸਾਹਿਬ ਜਾਣਦੇ ਨਹੀਂ ਹਨ। ਬਾਣੀ ਕਰੋ ਬਨਾਵਨ ਆਪਣੀ। ਮੈਂ ਹੁਣ ਆਪਣੀ ਬਾਣੀ ਬਣਾ ਕੇ ਗੁਰੂ ਜੀਆਂ ਨੂੰ ਦੱਸਦਾ ਹਾਂ। ਬ੍ਰਹਮ ਗਿਆਨ ਕੇ ਬਿਖੈ ਪਰੋਏ। ਬ੍ਰਹਮ ਗਿਆਨ ਦੇ ਵਿੱਚ ਪਰੋ ਕੇ ਮੈਂ ਆਪਣੀ ਬਾਣੀ ਗੁਰੂ ਜੀਆਂ ਨੂੰ ਸੁਣਾਵਾਂਗਾ। ਵਿਦਤ ਹੈ ਜਿਤ ਕਿਤ ਚਿਤ ਇਮ ਚਿਤਵਤ। ਕਹਿੰਦਾ ਹੈ ਬਿਦਤ ਹੈ ਜਿਹੜਾ ਸੰਸਾਰ ਦੇ ਵਿੱਚ ਜਿਤ ਕਿਤ ਚਿਤ ਇਮ ਭਾਵ ਜੋ ਬ੍ਰਹਮ ਗਿਆਨ ਉਹ ਮੈਂ ਬਾਣੀ ਵਿੱਚ ਪਰੋ ਦਵਾਂਗਾ। ਬੋਲਿਓ ਸ਼ਬਦ ਅਹੰ ਬ੍ਰਹਮ ਸੋਏ। ਇਹ ਆਪਣੇ ਆਪ ਨੂੰ ਅਹੰ ਬ੍ਰਹਮ ਜਾਣ ਕੇ ਕਿ ਭਾਵ ਮੈਂ ਹੀ ਉਹ ਬ੍ਰਹਮ ਹਾਂ, ਇਸ ਤਰ੍ਹਾਂ ਦੀ ਇਹ ਹੁਣ ਰਚਨਾ ਕਰਨ ਲੱਗਾ ਹੈ। ਉਹੀ ਰੇ ਮੈਂ ਉਹੀ ਰੇ। ਤੇ ਕਾਨਾ ਬਾਚ ਭਾਵ ਇਹ ਨੇ ਬਾਣੀ ਉਚਾਰੀ ਸੀ ਉਹੀ ਰੇ ਮੈਂ ਉਹੀ ਰੇ ਜਾ ਕੋ ਵੇਦ ਪੁਰਾਣ ਸਭ ਗਾਵੇ। ਮਹਾਰਾਜ ਜੀ ਦੇ ਅੱਗੇ ਉਚਾਰਨ ਕੀਤੀ। ਇਹ ਕਾਨਾ ਕਹਿੰਦਾ ਹੈ ਉਹੀ ਰੇ ਮੈਂ ਉਹੀ ਰੇ, ਮੈਂ ਉਹੀ ਹਾਂ ਜਿਹਨੂੰ ਸਭ ਵੇਦ ਸ਼ਾਸਤਰ ਗਾ ਰਹੇ ਨੇ। ਖੋਜਤ ਖੋਜ ਨਾ ਕੋਈ ਰੇ। ਤੇ ਸਭ ਖੋਜ ਥੱਕ ਗਏ ਨੇ, ਪਰ ਮੈਂ ਉਹ ਬ੍ਰਹਮ ਹਾਂ। ਜਾਕੋ ਨਾਰਦ ਸਾਰਦ ਸੇਵੈ। ਜਿਹਨੂੰ ਨਾਰਦ ਜਿਹੜੇ ਕੀਰਤਨ ਭਗਤੀ ਵਿੱਚ ਰਾਤ ਦਿਨ ਕੀਰਤੀ ਗਾਉਂਦੇ ਨੇ ਤੇ ਸਾਰਦਾ ਦੇਵੀ ਸਰਸਵਤੀ ਵਿਦਿਆ ਦੀ ਦੇਵੀ ਗਾ ਰਹੀ ਹੈ,
ਕਹਿੰਦਾ ਹੈ ਸੇਵਾ ਕਰਦੇ ਨੇ ਮੇਰੀ ਸਾਰੇ, ਪਰ ਮੈਂ ਉਹਨਾਂ ਦੇ ਵੀ ਅਧੀਨ ਨਹੀਂ ਆ, ਉਹ ਵੀ ਮੇਰਾ ਅੰਤ ਨਹੀਂ ਪਾ ਸਕਦੇ। ਸੇਵੈ ਦੇਵੀ ਦੇਵਾਰੇ, ਮੈਨੂੰ 33 ਕਰੋੜ ਦੇਵੀ ਦੇਵਤਾ ਮੇਰੀ ਸੇਵਾ ਵਿੱਚ ਲੱਗੇ ਰਹਿੰਦੇ ਨੇ। ਬ੍ਰਹਮਾ ਬਿਸ਼ਨ ਮਹੇਸ਼ ਅਰਾਧ ਹੈ, ਮੈਨੂੰ ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਭਾਵ ਸ਼ਿਵ ਜੀ ਸਭ ਮੇਰੀ ਆਰਾਧਨਾ ਕਰਦੇ ਨੇ। ਸਭ ਕਰਦੇ ਜਾ ਕੀ ਸੇਵਾ ਰੇ, ਸਭ ਉਸ ਬ੍ਰਹਮ ਦੀ ਜਿੰਦੀ ਸੇਵਾ ਕਰਦੇ ਨੇ। ਇਹ ਸਭ ਕਹਿ ਕਾਨਾ ਅਸ ਮਮ ਸਰੂਪ ਹੈ, ਇੱਥੇ ਆਪਣਾ ਨਾਮ ਲਿਖ ਕੇ ਜਿੱਦਾਂ ਹਜੂਰ ਨਾਨਕ ਪਦ ਉਚਾਰਨ ਕਰਦੇ ਨੇ, ਕਹਿੰਦਾ ਹੈ ਕਹੈ ਕਾਨਾ ਅਸ ਮਮ ਸਰੂਪ ਹੈ, ਮੈਂ ਕਾਨਾ ਕਹਿੰਦਾ ਹਾਂ ਐਸਾ ਮੇਰਾ ਸਰੂਪ ਹੈ। ਅਪਰੰਪਰ ਅਲਖ ਅਭੇਵਾ ਰੇ, ਉਹ ਲੱਖ ਜੋ ਲਖਣਾ ਤੋਂ ਪਰੇ ਹੈ, ਅਭੇਵ ਰੂਪ ਹੈ ਜੋ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਮੈਂ ਉਹ ਹਾਂ ਜਦੋਂ ਹਜੂਰ ਨੇ ਦੀ ਐਸੀ ਬਾਣੀ ਸ਼ਰਵਣ ਕੀਤੀ ਹੈ। ਸਵਈਆ ਛੰਦ ਇਮ ਆਸ਼ੈ ਜਬ ਆਪਨ ਜਨਾਓ, ਜਿਸ ਸਮੇਂ ਇਸ ਨੇ ਆਪਣਾ ਆਂਛਾ ਜਨਾਇਆ ਹੈ ਹਜੂਰ ਦੇ ਅੱਗੇ। ਸ਼੍ਰੀ ਅਰਜਨ ਸੁਨ ਦੀਨ ਹਟਾਏ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸੁਣ ਕੇ ਇਸ ਬਾਣੀ ਨੂੰ ਨਹੀਂ ਚੜਾਉਣਾ ਕੀਤਾ, ਭਾਵ ਹਟਾ ਦਿੱਤਾ ਹੈ। ਹਮਰੇ ਇਹੋ ਪ੍ਰਮਾਣ ਨਾ ਹੋਏ ਹੈ, ਹਜੂਰ ਕਹਿੰਦੇ ਹਨ ਸਾਡੇ ਤਾਂ ਇਹ ਪ੍ਰਮਾਣ ਨਹੀਂ ਹੈ, ਗੁਰੂ ਘਰ ਦੇ ਸਿਧਾਂਤ ਨਾਲ ਤਾਂ ਇਹ ਰਲਦੀ ਨਹੀਂ। ਪਠੈ ਸਿੱਖ ਹੰਕਾਰ ਵੱਡਾ, ਜੇ ਸਿੱਖ ਪੜਨਗੇ ਕਿ ਅਸੀਂ ਉਹੀ ਕਾਲ ਪੁਰਖ ਵਾਹਿਗੁਰੂ ਆ, ਉਹਨਾਂ ਦੇ ਹਿਰਦੇ ਵਿੱਚ ਹੰਕਾਰ ਵੱਧ ਜਾਵੇਗਾ। ਹੈ ਤੋ ਸਹੀ ਤਉ ਨਰ ਕਲ ਕੈ, ਪਰ ਹਜੂਰ ਕਹਿੰਦੇ ਹਨ ਹੈ ਤਾਂ ਸਹੀ ਕਿ ਸਾਰਿਆਂ ਵਿੱਚ ਉਹੀ ਵਸਦਾ ਹੈ, ਸਭ ਬ੍ਰਹਮ ਹੈ। ਪਰ ਮਹਾਰਾਜ ਜੀ ਕਹਿੰਦੇ ਹਨ ਕਲਯੁਗ ਦਾ ਭਾਰੀ ਜੋ ਸਮਾਂ ਹੈ, ਬਿਗਰਹਿ ਲਗਹਿ ਬਿਕਾਰਨ ਧਾਇ, ਤੇ ਵਿਗੜ ਕੇ ਵਿਕਾਰਾਂ ਵਿੱਚ ਜਿਸ ਤਰ੍ਹਾਂ ਪਹਿਲਾਂ ਹੀ ਲੱਗੇ ਨੇ, ਹੋਰ ਲੱਗ ਜਾਣਗੇ ਕਿ ਸਾਨੂੰ ਕੀ ਹੋਣ ਲੱਗਾ ਹੈ। ਗਤ ਕਿਤ ਰਹੀ ਨਰਕ ਹੋਏ ਪ੍ਰਾਪਤ, ਤੇ ਹਜੂਰ ਕਹਿੰਦੇ ਹਨ ਮੁਕਤੀ ਤਾਂ ਕਿੱਥੇ ਹੋਣੀ ਸੀ, ਸਗੋਂ ਨਰਕਾਂ ਨੂੰ ਜਾਣਗੇ। ਐਸਾ ਹੰਕਾਰ ਵਧਾ ਕੇ ਅਸੀਂ ਤਾਂ ਆਪਣੇ ਸਿੱਖਾਂ ਦਾ ਕਲਿਆਣ ਕਰਨਾ ਹੈ। ਜਾਂ ਤੇ ਹਮ ਨਹਿ ਇਸੈ ਚੜਾਏ, ਹਜੂਰ ਕਹਿੰਦੇ ਹਨ ਇਸ ਕਰਕੇ ਭਗਤ ਕਾਨਾ ਜੀ ਇਹ ਬਾਣੀ ਗੁਰੂ ਘਰ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ, ਇਸ ਕਰਕੇ ਇਹ ਬਾਣੀ ਅਸੀਂ ਨਹੀਂ ਚੜਾ ਸਕਦੇ। ਇਸ ਪਰ ਸੁਨ ਦ੍ਰਿਸ਼ਟਾਂਤ ਹਮਾਰੋ, ਮਹਾਰਾਜ ਜੀਆਂ ਨੇ ਫਿਰ ਦ੍ਰਿਸ਼ਟਾਂਤ ਦੇ ਕੇ ਉਸ ਭਗਤ ਕਾਨੇ ਨੂੰ ਸਮਝਾਉਣਾ ਕੀਤਾ ਹੈ। ਬ੍ਰਹਮ ਗਿਆਨ ਅਰ ਕ੍ਰਿਤ ਸਮਾਨ, ਮਹਾਰਾਜ ਜੀ ਕਹਿੰਦੇ ਹਨ ਜੋ ਬ੍ਰਹਮ ਗਿਆਨ ਹੈ ਭਗਤ ਕਾਨਾ ਜੀ ਇਹ ਕ੍ਰਿਤ ਭਾਵ ਘਿਓ ਦੇ ਸਮਾਨ ਹੈ। ਕਫੀ ਹੰਕਾਰੀ ਖਾਏ ਗ੍ਰਹਿਣ ਕਰ, ਜੇ ਕਿਸੇ ਨੂੰ ਕਫ ਹੋਵੇ, ਛਾਤੀ ਆਦਿਕ ਰੁਕੀ ਹੋਵੇ, ਇਹ ਜਿਹੜੇ ਹੰਕਾਰੀ ਹਨ, ਜੇ ਬ੍ਰਹਮ ਗਿਆਨ ਹੋ ਜਾਵੇ, ਭਾਵ ਜੇ ਕਫ ਹੋਵੇ ਤੇ ਉਹ ਘਿਓ ਖਾ ਲਵੇ। ਛਾਤੀ ਬੋਝ ਬੱਧਹਿ ਵੱਡ ਮਾਨ, ਸਗੋਂ ਛਾਤੀ ਤੇ ਬੋਝ ਵੱਧ ਜਾਂਦਾ ਹੈ, ਛਾਤੀ ਹੋਰ ਭਾਰੀ ਹੋ ਜਾਂਦੀ ਹੈ। ਇਹ ਬ੍ਰਹਮ ਗਿਆਨ ਘਿਓ ਦੀ ਨਿਆਈ ਹੈ। ਜੇ ਕੋਈ ਹੰਕਾਰੀ ਪੁਰਸ਼ ਇਸ ਨੂੰ ਛਕ ਲਵੇ, ਉਹਦੇ ਤੇ ਵੀ ਫਿਰ ਬੋਝ ਹੋਰ ਪੈ ਜਾਂਦਾ ਹੈ। ਪਿੱਤੀ ਸਹਿਤ ਬਿਕਾਰੀ ਜੇ ਨਰ, ਜੇ ਹਜੂਰ ਕਹਿੰਦੇ ਹਨ ਗਰਮੀ ਹੋਵੇ ਹਿਰਦੇ ਦੇ ਵਿੱਚ ਤੇ ਉਤੋਂ ਘਿਓ ਖਾ ਲਵੇ, ਉਸ ਨੂੰ ਦਸਤ ਲੱਗ ਜਾਣਗੇ। ਵਿਖੈ ਲੱਗੈ ਅਤੀ ਸਰ ਮਹਾਨ, ਮਹਾਰਾਜ ਜੀ ਕਹਿੰਦੇ ਨੇ ਹੋਰ ਉਹਨੂੰ ਰੋਗ ਆ ਚੰਬੜਨਗੇ, ਘਿਓ ਨੇ ਫਾਇਦਾ ਤਾਂ ਕੀ ਕਰਨਾ ਸੀ। ਪੁਸ਼ਟ ਹੋਣ ਗਤ ਪ੍ਰਾਪਤ ਹੋਏ, ਫਿਰ ਹਜੂਰ ਕਹਿੰਦੇ ਹਨ ਠੀਕ ਤਾਂ ਕੀ ਹੋਣਾ ਸੀ, ਸਗੋਂ ਹੋਰ ਰੋਗੀ ਹੋ ਜਾਂਦਾ ਹੈ ਘਿਓ ਖਾਣ ਨਾਲ ਹੰਕਾਰੀ ਬੰਦਾ। ਨਾ ਰੋਗੀ ਕਸ਼ਟ ਨਰਕ ਪਹਿਚਾਨ, ਫਿਰ ਇਹ ਕੈਸੇ ਰੋਗ ਲੱਗਣੇ ਨੇ ਜੇ ਸਿੱਖ ਹੰਕਾਰ ਕਰਨਗੇ ਤੇ ਐਸੀ ਬਾਣੀ ਪੜ ਕੇ ਅਧੋ ਗਤੀ ਨਰਕਾਂ ਨੂੰ ਜਾਣਗੇ। ਸੁਖ ਤੋ ਰਹਿਓ ਮਹਾ ਦੁਖ ਪਾਵਹਿ, ਸੁਖ ਤਾਂ ਇੱਕ ਪਾਸੇ ਰਹਿ ਜਾਵੇਗਾ। ਇਹ ਹੰਕਾਰ ਹਉਮੈ ਦੀਰਘ ਰੋਗ ਹੈ, ਜਿਸ ਤਰ੍ਹਾਂ ਹਜੂਰ ਕਹਿੰਦੇ ਨੇ ਵੱਡਾ ਰੋਗ ਹੈ। ਸੁਖ ਤਾਂ ਇੱਕ ਬੰਨੇ
ਸਗੋਂ ਦੁੱਖ ਪਾਉਣਾ ਕਰਨਗੇ। ਜਾਤੇ ਹਮਰੇ ਨਹੀਂ ਪ੍ਰਮਾਨ, ਇਸ ਕਰਕੇ ਅਸੀਂ ਇਸ ਬਾਣੀ ਨੂੰ ਪ੍ਰਮਾਣ ਨਹੀਂ ਕਰ ਸਕਦੇ। ਸੋ ਬ੍ਰਹਮ ਗਿਆਨ ਕ੍ਰਿਤ ਕੋ ਲੈ ਕਰ, ਜੇ ਅਸੀਂ ਉਸ ਬ੍ਰਹਮ ਗਿਆਨ ਰੂਪੀ ਘਿਓ ਨੂੰ ਲੈ ਕੇ, ਮਿਸ਼ਰੀ ਭਗਤ ਮਿਲਾਵਨ ਠਾਨ, ਕਿਉਂਕਿ ਇਸ ਨੇ ਵਿੱਚ ਭਗਤੀ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਸੀ, ਆਪਣੀ ਬਾਣੀ ਵਿੱਚ ਸਿੱਧਾ ਹੀ ਕਹਿ ਦਿੱਤਾ ਮੈਂ ਉਹ ਬ੍ਰਹਮ ਹਾਂ। ਪਰ ਹਜੂਰ ਕਹਿੰਦੇ ਨੇ ਗੁਰੂ ਘਰ ਦੀ ਜੋ ਭਗਤੀ ਹੈ ਇਹ ਮਿਸ਼ਰੀ ਦੀ ਨਿਆਈ ਹੈ, ਜੋ ਉਸ ਘਿਓ ਦੇ ਵਿੱਚ ਮਿਸ਼ਰੀ ਨੂੰ ਲਬੇੜ ਕੇ ਸੁਖਦਾਇਕ ਸਭ ਨਰ ਕੋ ਜਾਨਹੁ, ਤੇ ਮਹਾਰਾਜ ਜੀ ਕਹਿੰਦੇ ਹਨ ਜੇ ਇਸ ਤਰ੍ਹਾਂ ਖਾਧੀ ਜਾਵੇ ਸਗੋਂ ਸੁਖਦਾਈ ਹੁੰਦੀ ਹੈ ਜੋ ਵੀ ਖਾਂਦਾ ਹੈ। ਇਸ ਪ੍ਰਕਾਰ ਕਰ ਲੈ ਕਲਿਆਣ, ਇਸ ਤਰ੍ਹਾਂ ਉਹਨਾਂ ਦੀ ਕਲਿਆਣ ਵੀ ਹੋ ਜਾਵੇਗੀ। ਮਹਾਰਾਜ ਜੀ ਕਹਿੰਦੇ ਹਨ ਕੱਲਾ ਬ੍ਰਹਮ ਗਿਆਨੀ ਜੇ ਹੋਵੇ, ਹੰਕਾਰੀ ਹੋਵੇ ਨਾਲ, ਉਹ ਡੁੱਬ ਜਾਵੇਗਾ। ਪਰ ਜੇ ਨਾਲ ਭਗਤੀ ਪ੍ਰਭੂ ਦੀ ਹੋਵੇ ਤੇ ਨਾਲ ਬੰਦਗੀ ਦਾ ਉਪਦੇਸ਼ ਹੋਵੇ, ਉਹਦੀ ਕਲਿਆਣ ਹੋਵੇਗੀ। ਸੁਖਦਾਇਕ ਵਾਹਿਗੁਰੂ ਅਹੰ ਬ੍ਰਹਮ ਤੋ ਔਰ ਮਹਿ ਬਾਸੇ, ਮਹਾਰਾਜ ਜੀ ਕਹਿੰਦੇ ਹਨ ਜੋ ਅਹੰ ਬ੍ਰਹਮ ਹੈ, ਇਹ ਨਹੀਂ ਕਿ ਸਿੱਖਾਂ ਨੂੰ ਨਹੀਂ ਪਤਾ ਕਿ ਸਾਡੇ ਵਿੱਚ ਵੀ ਉਹ ਵਸਦਾ ਹੈ, ਇਸ ਨੂੰ ਆਪਣੇ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ। ਮੁਖ ਤੇ ਕਹੈ ਦਾਸ ਦਾਸਾਨ, ਮੁਖ ਤੋਂ ਦਾਸਾਂ ਦੇ ਦਾਸ ਹੋ ਕੇ ਵਿਚਰਨਾ ਚਾਹੀਦਾ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਸਿਧਾਂਤ ਹੈ, ਹਿਰਦੇ ਵਿੱਚ ਨਾਮ ਬੀਜਣਾ ਚਾਹੀਦਾ ਹੈ, ਉਹਨੂੰ ਢੱਕ ਲੈਣਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਜੀ ਸੰਸਾਰ ਤਾਂ ਵਡਿਆਈ ਕਰਦਾ ਹੀ ਹੈ, ਜੋ ਨਾਮ ਜਪਦੇ ਨੇ ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ। ਕਿਉਂਕਿ ਜਿਹੜੇ ਬਾਹਰੋਂ ਸਾਧ ਸੰਗਤ ਜੀ ਜਿੱਦਾਂ ਕੋਈ ਫਸਲ ਬੀਜੀ ਹੋਵੇ, ਜੇ ਉਸ ਦੇ ਉੱਪਰ ਸੁਹਾਗਾ ਨਾ ਫੇਰੀਏ, ਜਿਹੜੇ ਪੰਛੀ ਨੇ ਬੀਜ ਚੁੱਕ ਕੇ ਲੈ ਜਾਂਦੇ ਨੇ। ਭਾਵ ਜੇ ਥੋੜੀ ਨਾਮ ਜਪਿਆ, ਬਾਹਰ ਦੱਸਣ ਲੱਗ ਪਿਆ ਮੈਂ ਤਾਂ ਜੀ ਬੜਾ ਨਾਮ ਵਿੱਚ ਰਸ ਆਇਆ, ਮਨ ਦੇ ਵਿੱਚ ਹੰਕਾਰ ਦੀ ਕੋਈ ਕਿਰਨ ਫੁੱਟੀ ਹੈ, ਤਾਂ ਮਾਨੋ ਕਿ ਉਹ ਪੰਛੀ ਬੀਜ ਚੱਕ ਕੇ ਲੈ ਜਾਂਦੇ ਨੇ। ਹਜੂਰ ਨੇ ਕਿਹਾ ਸਾਡੇ ਸਿੱਖ ਬ੍ਰਹਮ ਗਿਆਨੀ ਹਨ, ਬੇਅੰਤ ਇਤਿਹਾਸ ਵਿੱਚ ਪ੍ਰਮਾਣ ਆਉਂਦੇ ਨੇ। ਪਰ ਹੁਣ ਸਮਾਂ ਆਪਣੇ ਕੋਲ ਉਹਨਾਂ ਕੋ ਹੈ, ਜਿਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਕਿਹਾ ਹੈ ਨਾਮ ਬੀਜ ਕੇ ਸੰਤੋਖ ਦਾ ਸੁਹਾਗਾ ਫੇਰ ਦੇਣਾ ਚਾਹੀਦਾ ਹੈ। ਫਿਰ ਬਾਹਰੋਂ ਵਾੜ ਲਾਉਣੇ ਹਨ ਜ਼ਮੀਨ ਨੂੰ, ਪਸ਼ੂ ਪੰਛੀ ਜਿਹੜੇ ਕੋਈ ਬਾਹਰੋਂ ਵਾਰਾ ਪਸ਼ੂ ਨਾ ਆ ਜਾਣ। ਇਹ ਰਹਿਤ ਮਰਿਆਦਾ ਦੀ ਗੁਰਸਿੱਖ ਵਾੜ ਲਾਉਂਦੇ ਨੇ ਕਿ ਇਹ ਰਹਿਤ ਲਾ ਕੇ ਰੱਖਣੀ ਹੈ, ਨਹੀਂ ਤਾਂ ਹੰਕਾਰ ਕਾਮ ਕ੍ਰੋਧ ਲੋਭ ਇਹ ਸਾਡੀ ਵੀ ਖਰਾਬ ਕਰ ਦੇਣਗੇ। ਇਹ ਗੁਰੂ ਘਰ ਦਾ ਸਿਧਾਂਤ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿ ਰਹੇ ਨੇ ਕਾਨਾ ਜੀ ਹਜੂਰ ਅੱਗੇ ਤਾਂ ਅਰਦਾਸ ਹੀ ਕਰਨੀ ਚਾਹੀਦੀ ਹੈ। ਮਹਾਰਾਜ ਲੇਖੈ ਕਤਹਿ ਨਾ ਛੂਟੀਐ, ਖਿੰਨ ਖਿੰਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਗੁਰੂ ਘਰ ਦਾ ਸਿਧਾਂਤ ਹੈ। ਬ੍ਰਹਮ ਗਿਆਨ ਸਦਾ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ। ਬਾਹਰੋਂ ਗਰੀਬੀ ਭਾਵ ਨਿਮਾਣਾ ਬਣ ਕੇ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ। ਜੇ ਕੋਈ ਹੰਕਾਰੀ ਬਣ ਕੇ ਆਉਂਦਾ ਹੈ, ਹਾਂਜੀ ਇਹ ਮਤ ਹਮਰੋ ਮਿਲੇ ਨਾ ਤੁਮ ਸੋ, ਹਜੂਰ ਕਹਿੰਦੇ ਹਨ ਤੇਰੇ ਬਾਣੀ ਦੇ ਨਾਲ ਸਾਡਾ ਮਤ ਮੇਲ ਨਹੀਂ ਖਾ ਰਿਹਾ ਕਾਨਾ ਜੀ। ਗ੍ਰੰਥ ਵਿਖੈ ਕਿਮ ਦੇਹ ਲਿਖਾਏ, ਇਸ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਕਿਸ ਤਰ੍ਹਾਂ ਲਿਖ ਦਈਏ। ਸ਼ਬਦ ਵਿਰੋਧੀ ਮਿਲਹਿ ਨਾ ਇੱਕ ਥਲ, ਤੇਰੇ ਸ਼ਬਦ ਹਨ ਜੋ ਕਾਨਾ ਭਗਤ ਜੀ ਇਹ ਵਿਰੋਧੀ ਹਨ, ਭਾਵ ਗੁਰੂ ਘਰ ਦੇ ਸਿਧਾਂਤ ਤੋਂ ਉਲਟ ਹਨ। ਇੱਕ ਥਾਂ ਤੇ ਫਿਰ ਕਿਵੇਂ ਰੱਖ ਦਈਏ। ਰੱਖੋ ਆਪ ਲਿਖੋ ਕਿਤ ਥਾਂ, ਤੁਸੀਂ ਆਪਣੀ ਪੋਥੀ ਉਚਾਰਨ ਕਰਕੇ ਆਪਣੇ ਪਾਸ ਹੀ ਇਹ ਰੱਖ ਲੈਣਾ ਕਰੋ। ਗੁਰ ਘਰ ਨਮਰ ਥਾਨ ਮਹਿ ਜਾਨੋ, ਗੁਰੂ ਘਰ ਤਾਂ ਨਿਮਰਤਾ ਦਾ ਥਾਨ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ, ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਇਹ ਨੌ ਨਿਧ ਨਾਮ ਗਰੀਬੀ ਕੀ ਲੈ ਕੇ ਆਂਦੀ ਹੈ? ਨਿਮਰਤਾ ਲੈ ਕੇ ਆਂਦੀ ਹੈ। ਸਤਿਗੁਰ ਜੀਆਂ ਨੇ ਜੋ ਵੀ ਨਿਮਰਤਾ ਦੇ ਸਹਿਤ ਗੁਰੂ ਘਰ ਵਿੱਚ ਆਉਂਦਾ ਹੈ, ਹਜੂਰ ਸਦਾ ਉਸ ਦਾ ਭਲਾ ਕਰਦੇ ਨੇ। ਹਜੂਰ ਨੇ ਇਸ ਦੇ ਵਿੱਚ ਹੰਕਾਰ ਦੀ ਬਦਬੂ ਆਉਂਦੀ ਤੱਕੀ ਹੈ। ਹਜੂਰ ਨੇ ਕਿਹਾ ਕਾਨਾ ਜੀ
ਗੁਰੂ ਘਰ ਦੇ ਵਿੱਚ ਨਿਮਾਣਿਆਂ ਨੂੰ ਥਾਂ ਮਿਲਦੀ ਹੈ। ਅੱਜ ਜੇ ਕੋਈ ਹੰਕਾਰ ਦੇ ਸਹਿਤ ਆਉਂਦਾ ਹੈ, ਹਰ ਜੀਉ ਹੰਕਾਰ ਨਾ ਭਾਵੇ। ਮਹਾਰਾਜ ਜੀਆਂ ਨੂੰ ਹੰਕਾਰੀ ਤਾਂ ਬਿਲਕੁਲ ਨਹੀਂ ਪਾਉਂਦਾ। ਮਹਾਰਾਜ ਜੀ ਕਹਿੰਦੇ ਨੇ, ਕਾन्हा ਜੀ ਗੁਰੂ ਘਰ ਤਾਂ ਨਿਮਾਣਿਆਂ ਲਈ ਥਾਨ ਹੈ। ਨਮਰ ਹੋਏ ਸੋ ਮਿਲ ਕਰ ਜਾਏ। ਜਿਹੜਾ ਨਿਮਰਤਾ ਦੇ ਸਹਿਤ ਗੁਰੂ ਘਰੇ ਆਉਂਦਾ ਹੈ, ਉਹ ਇੱਥੇ ਮਾਣ ਤੇ ਵਡਿਆਈਆਂ ਪਾਉਂਦਾ ਹੈ। ਜੋ ਸਦਾ ਤਰਾਸ ਕੋ ਪਾਵਹਿ। ਜਿਹੜਾ ਉੱਚਾ ਹੁੰਦਾ ਹੈ, ਉਹਨੂੰ ਸਦਾ ਹਿਰਦੇ ਵਿੱਚ ਡਰ ਲੱਗਾ ਰਹਿੰਦਾ ਹੈ। ਵਾਯੂ ਆਦ ਤੇ ਸੰਕਟ ਪਾਏ। ਜਦੋਂ ਤੇਜ਼ ਹਵਾ ਵਗੇ, ਉਹ ਫਿਰ ਉੱਚੇ ਡਿੱਗ ਜਾਇਆ ਕਰਦੇ ਨੇ। ਹਵਾ ਆਦਿਕ ਦੇ ਸੰਕਟ ਲੱਗਦੇ ਨੇ। ਇਥੇ ਤਾਂ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਬਚਨ ਬਿਲਾਸ ਸੁਨੇ ਜਬ ਗੁਰ ਕੇ। ਜਦੋਂ ਕਾन्हा ਜੀਆਂ ਨੇ ਐਸੇ ਹਜੂਰ ਦੇ ਬਚਨ ਬਿਲਾਸ ਸ਼ਰਵਣ ਕੀਤੇ ਨੇ, ਉੱਤਰ ਫੁਰਿਓ ਨਾ ਰਹਿਓ ਵਿਚਾਰ। ਉਸ ਨੂੰ ਮਨ ਵਿੱਚ ਕੋਈ ਉੱਤਰ ਨਹੀਂ ਫੁਰਿਆ, ਹਿਰਦੇ ਵਿੱਚ ਵਿਚਾਰ ਹੀ ਕਰਦਾ ਰਿਹਾ। ਸਭਾ ਵਿਖੇ ਖਿਜ ਕਰ ਰਿਸ ਧਾਰੀ। ਉਸ ਸਮੇਂ ਸਭਾ ਦੇ ਵਿੱਚ ਬੜੀ ਖਿੱਚ ਕੇ ਭਾਵ ਗੁੱਸਾ ਧਾਰਨ ਕਰਕੇ ਬੋਲਣ ਲੱਗਾ ਹੈ। ਲਾਲ ਬਿਲੋਚਨ ਕਰ ਤਿਸ ਬਾਰ। ਆਪਣੀ ਅੱਖਾਂ ਨੂੰ ਲਾਲ ਕਰਕੇ ਭਾਵ ਕ੍ਰੋਧ ਦੇ ਸਹਿਤ ਹੋ ਗਿਆ ਹੈ। ਸਭ ਮਹਿ ਕਰਿਓ ਨਿਰਾਦਰ ਮੇਰੋ। ਕਹਿੰਦਾ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਤਾਂ ਸਾਰਿਆਂ ਵਿੱਚ ਮੇਰਾ ਨਿਰਾਦਰ ਕੀਤਾ ਹੈ। ਆਇਓ ਲਖ ਨਾ ਕਰਿਓ ਸਤਕਾਰ। ਮੇਰੀ ਤਾਂ ਉਮਰ ਦਾ ਵੀ ਸਤਕਾਰ ਨਹੀਂ ਕੀਤਾ। ਜਿਸ ਤਰ੍ਹਾਂ ਦੀ ਉਮਰ 400-500 ਵਰਾ ਦੱਸੀ ਜਾਂਦੀ ਹੈ। ਜੁਕਤ ਉਕਤ ਕਰ ਸ਼ਬਦ ਹਟਾਇਓ। ਹਜੂਰ ਨੇ ਤਾਂ ਜੁਗਤੀ ਵਰਤ ਕੇ ਮੈਨੂੰ ਹਟਾ ਦਿੱਤਾ ਹੈ। ਸਭ ਵੇਦਨ ਕੋ ਜਿਸ ਮਹਿ ਸਾਰ। ਮੇਰੀ ਬਾਣੀ ਵਿੱਚ ਤਾਂ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਹੈ। ਸਾਧ ਸੰਗਤ ਜੀ, ਸੁਖਮਣੀ ਸਾਹਿਬ ਜੀਆਂ ਦੀ ਇੱਕ ਪੰਕਤੀ ਵਿੱਚ ਹੀ ਸਾਰੇ ਵੇਦ ਦਾ ਮਹਾਰਾਜ ਜੀ ਸਾਰ ਲਿਖ ਦਿੰਦੇ ਨੇ। ਇੱਕ ਇੱਕ ਪੰਕਤੀ ਵਿੱਚ ਹਜੂਰ ਕਿੰਨੇ ਗ੍ਰੰਥਾਂ ਦਾ ਸਾਰ ਲਿਖ ਦਿੰਦੇ ਨੇ। ਐਸੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਹੈ। ਫਿਰ ਇਹਨੇ ਹਜੂਰ ਨੂੰ ਬੜੇ ਹੀ ਕ੍ਰੋਧ ਵਿੱਚ ਹੋ ਕੇ ਬੜੇ ਕਟਾਕਸ਼ ਭਰੇ ਬਚਨ ਕਹੇ ਹਨ। ਜਿਸ ਤਰ੍ਹਾਂ ਕਵੀ ਜੀ ਲਿਖਦੇ ਹਨ, ਇਸ ਨੇ ਐਸਾ ਹਜੂਰ ਦੇ ਵੱਲ ਤੱਕ ਕੇ ਕਹਿ ਦਿੱਤਾ, ਤੁਹਾਨੂੰ ਵੀ ਤੁਰਕਾਂ ਤੋਂ ਸੁਜਾਵਾਂ ਸਹਿਣੀਆਂ ਪੈਣਗੀਆਂ। ਤੁਸੀਂ ਮੇਰਾ ਨਿਰਾਦਰ ਕੀਤਾ ਹੈ। ਜਿਸ ਤਰ੍ਹਾਂ ਹਜੂਰ ਦੇ ਬਾਬਤ ਇਸ ਨੇ ਦੱਸਿਆ, ਪਰਿਵਾਰ ਤੋਂ ਤੁਸੀਂ ਵੀ ਵਿਛੜ ਜਾਓਗੇ, ਦਰਸ਼ਨ ਨਹੀਂ ਹੋਵੋਗੇ। ਉਸ ਸਮੇਂ ਸਿੱਖਾਂ ਨੇ ਵੀਰ ਰਸ ਵਿੱਚ ਆ ਕੇ ਪੁੱਛਿਆ, ਹਜੂਰ ਇਹ ਕੀ ਕਹਿੰਦਾ ਹੈ? ਹਜੂਰ ਨੇ ਦੱਸਿਆ ਸੀ, ਇਹ 10ਵੇਂ ਦੁਆਰ ਦਾ ਅਭਿਆਸੀ ਹੈ, ਮਾਣ ਕਰਦਾ ਹੈ। ਜੋ ਅਸੀਂ ਭਾਣਾ ਵਰਤਾਉਣਾ ਹੈ ਉਸ ਦੀ ਬਾਬਤ ਇਹ ਦੱਸ ਰਿਹਾ ਹੈ। ਹਜੂਰ ਤੁਸੀਂ ਵੀ ਕੋਈ ਬਚਨ ਕਹੋ। ਹਜੂਰ ਨੇ ਕਿਹਾ ਸੀ, ਦਿਸ 10ਵੇਂ ਦੁਆਰ ਦਾ ਇਹ ਮਾਣ ਕਰਦਾ ਹੈ, ਲੰਮੀ ਉਮਰ ਦਾ ਮਾਣ ਕਰਦਾ ਹੈ। ਉਹ ਪਹਿਲਾਂ ਇਹਦਾ 10ਵਾਂ ਹੀ ਟੁੱਟੇਗਾ। ਇਹਨੇ ਕਿਹਾ ਸੀ, ਮੈਂ 10ਵੇਂ ਦੁਆਰ ਵਿੱਚ ਸਵਾਸ ਚੜਾ ਲਵਾਂਗਾ, ਮੌਤ ਮੇਰੇ ਲਾਗੇ ਨਹੀਂ ਆ ਸਕਦੀ। ਕਿਉਂਕਿ 10ਵੇਂ ਦੁਆਰ ਵਿੱਚ ਕਹਿੰਦੇ ਹਨ, ਅੱਗੇ ਦਾ ਸਮਾਂ ਇਹ ਦੇਖ ਲਿਆ ਕਰਦੇ ਨੇ। ਪਰ ਹਜੂਰ ਨੇ ਬਚਨ ਕਹਿ ਦਿੱਤੇ, ਇੰਨਾ ਹੰਕਾਰ ਇਸ ਵਿੱਚ ਜੇ ਇਹਨੂੰ ਨਾ ਸਜ਼ਾ ਦਿੱਤੀ, ਇਹ ਹੋਰ ਜੀਵਾਂ ਨੂੰ ਤੰਗ ਕਰੇਗਾ। ਮਹਾਰਾਜ ਜੀਆਂ ਨੇ ਬਚਨ ਕਹਿ ਦਿੱਤੇ ਸੀ ਕਿ ਪਹਿਲਾਂ ਇਹਦਾ 10ਵਾਂ ਹੀ ਦੁਆਰ ਟੁੱਟੇਗਾ। ਫਿਰ ਇਸ ਤੋਂ ਅੱਗੇ ਸਾਧ ਸੰਗਤ ਜੀ ਜਿਸ ਤਰ੍ਹਾਂ ਹਾਂਜੀ ਦੋਹਰਾ ਕਿਤਕ ਕਾਲ ਤੂਸ਼ਨ ਰਹੇ। ਜਿਸ ਸਮੇਂ ਹਜੂਰ ਦੇ ਐਸੇ ਬਚਨ ਸੁਣੇ ਹਨ ਸੰਗਤਾਂ ਨੇ, ਨਾਲ ਜੋ 3 ਹੋਰ ਆਏ ਨੇ ਕਾन्हा ਜੀਆਂ ਦੇ, ਸਭ ਨੇ ਚੁੱਪ ਵੱਟ ਲਈ ਹੈ। ਜਦੋਂ ਥੋੜਾ ਸਮਾਂ ਚੁੱਪ ਵੱਟਣ ਤੋਂ ਬਾਅਦ ਸਭਾ ਨਾ ਬੋਲਿਓ ਕੋਏ। ਸਭਾ ਦੇ ਵਿੱਚ ਕਿਸੇ ਨੇ ਵੀ ਕੋਈ ਬਚਨ ਨਹੀਂ ਕਿਹਾ। ਸ੍ਰੀ ਅਰਜਨ ਪੀਲੋ ਦਿਸ਼ਾ। ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਪੀਲੋ ਦੀ ਦਿਸ਼ਾ ਵੱਲ ਤੱਕਿਆ ਹੈ, ਜੋ ਭਗਤ ਆਇਆ ਹੈ। ਦੀਨ ਬਿਲੋਚਨ ਜੋਏ। ਮਹਾਰਾਜ ਜੀਆਂ ਨੇ ਨੇਤਰਾਂ ਨਾਲ ਪੀਲੋ ਭਗਤ ਨੂੰ ਤੱਕਿਆ ਹੈ ਤੇ ਹਜੂਰ ਬਚਨ ਕਹਿਣ ਲੱਗੇ ਹਨ, ਸਵਈਆ ਛੰਦ ਪੀਲੋ ਭਗਤ ਆਪਨੋ ਮਤ ਕਹੋ। ਮਹਾਰਾਜ ਜੀ ਕਹਿੰਦੇ ਹਨ, ਭਗਤ ਪੀਲੋ ਜੀ, ਹੁਣ ਤੁਸੀਂ ਆਪਣਾ ਮਤ ਸਿਧਾਂਤ ਸਾਨੂੰ ਕਹਿਣਾ ਕਰੋ। ਹਮ ਹੈ
ਸੁਨਾਵੋ ਸ਼ਬਦ ਬਨਾਏ। ਸਾਨੂੰ ਹੁਣ ਆਪਣੀ ਬਾਣੀ ਭਾਵ ਸ਼ਬਦ ਬਣਾ ਕੇ ਸੁਣਾਉਣਾ ਕਰੋ, ਜਿਸ ਤੇ ਗੁਰਮਤ ਹੋਏ ਉਪਦੇਸ਼ਨ। ਜਿਸ ਦੇ ਵਿੱਚ ਗੁਰਮਤ ਦਾ ਉਪਦੇਸ਼ ਹੋਵੇ ਤੇ ਸਿੱਖ ਪੜਨ ਸੁਨ ਮਾਤਰ ਸੇਹੀ। ਸਿਮਰਹਿ ਪਰਮੇਸ਼ਵਰ ਲਿਵ ਲਾਏ। ਉਹਨਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਲਿਵ ਲੱਗ ਜਾਵੇ। ਹੋਏ ਸ੍ਰੇਸ਼ੈ ਮਗ ਲਹੈ ਸੁਗਮ ਹੀ। ਐਸੀ ਸ੍ਰੇਸ਼ਟ ਬਾਣੀ ਹੋਵੇ ਕਿ ਜਿਹੜਾ ਸੌਖਾ ਹੀ ਮੁਕਤੀ ਦਾ ਰਾਹ ਹੋਵੇ। ਇਸੇ ਤਰ੍ਹਾਂ ਹਜੂਰ ਸਤਿਗੁਰ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੋ ਗੋ। ਸਤਿਗੁਰ ਜੀਆਂ ਦੇ ਐਸੇ ਬਚਨ ਨੇ। ਹਜੂਰ ਇਹ ਨਹੀਂ ਕਹਿੰਦੇ ਗੁਰਸਿੱਖਾ ਪੁੱਠਾ ਲਟਕ ਧੂਣੀਆਂ ਧਾ ਬਰਫੀਲੀਆਂ ਪਹਾੜੀਆਂ ਤੇ ਜਾ ਕੇ ਸਮਾਧੀ ਲਾ। ਹਜੂਰ ਦੇ ਬਚਨ ਮੰਨ ਲੈਣੇ ਹੀ ਪਾਦਰ ਮੁਕਤ ਜਨਾਵੋ ਗੋ, ਪੱਧਰਾ ਹੀ ਮੁਕਤੀ ਦਾ ਰਾਹ ਹੈ। ਹਜੂਰ ਕਹਿੰਦੇ ਨੇ ਗੁਰਸਿੱਖਾ ਨਾਮ ਜਪਿਆ ਕਰ, ਨਾਮ ਹੀ ਤੇਰੀ ਕਲਿਆਣ ਕਰੇਗਾ। ਐਸੇ ਬਚਨ ਹਜੂਰ ਉਸ ਪੀਲੂ ਭਗਤ ਨੂੰ ਕਹਿ ਰਹੇ ਨੇ। ਪੀਲੂ ਭਗਤ, ਕੋਈ ਪਰਮਾਰਥ ਦਾ ਐਸਾ ਕੋਈ ਸ਼ਬਦ ਤੁਸੀਂ ਵੀ ਉਚਾਰਨ ਕਰਕੇ ਸਾਨੂੰ ਸੁਣਾਵੋ, ਭਾਉ ਭਗਤ ਤੇ ਸੰਗ ਮਿਲਾਏ। ਜਿਸ ਦੇ ਵਿੱਚ ਭਾਉ ਤੇ ਭਗਤ, ਭਾਉ ਪ੍ਰੇਮ ਹੋਵੇ ਤੇ ਭਗਤੀ ਦਾ ਸਮੇਲਨ ਹੋਵੇ। ਸੁਨਤ ਸਭਾ ਮਹਿ ਸ਼ਬਦ ਬਖਾਨਿਓ। ਉਸ ਸਮੇਂ ਇਸ ਭਗਤ ਪੀਲੋ ਇਹ ਜਿਹੜੇ ਬਾਣੀ ਉਚਾਰਨ ਕਰਾਉਣ ਆਏ ਨੇ ਸਤਿਗੁਰ ਜੀਆਂ ਪਾਸ ਕੀ ਹਜੂਰ ਸਾਡੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਕੱਤਰ ਕਰਾਵੋ। ਇਹ ਭਗਤ ਪੀਲੋ ਜੀ ਆਪਣੇ ਬਚਨ ਉਚਾਰਦੇ ਹਨ। ਪੀਲੋ ਆਪਣੋ ਮਤੋ ਸੁਨਾਏ। ਉਸ ਸਮੇਂ ਇਸ ਪੀਲੋ ਨੇ ਆਪਣਾ ਮਤਾ ਸਿਧਾਂਤ ਸੁਣਾਇਆ ਹੈ। ਪੀਲੋ ਵਾਚ ਪੀਲੋ ਅਸਾਂ ਨਾਲੋਂ ਸੇ। ਭਲੇ ਕਹਿੰਦੇ ਹਨ ਭਗਤ ਪੀਲੋ ਕਿ ਪੀਲੋ ਆਪਣਾ ਨਾਮ ਲਿਖ ਕੇ ਕਹਿੰਦੇ ਨੇ ਸਾਡੇ ਤੋਂ ਤਾਂ ਉਹ ਭਲੇ ਨੇ ਜੰਮਦਿਆਂ ਜੋ ਮੁਏ। ਜਿਹੜੇ ਜੰਮਦਿਆਂ ਹੀ ਮਰ ਗਏ ਨੇ। ਉਹਨਾਂ ਚਿੱਕੜ ਪਾਵ ਨਾ ਬੋੜਿਆ। ਉਹਨਾਂ ਨੇ ਇਸ ਸੰਸਾਰ ਰੂਪੀ ਚਿੱਕੜ ਵਿੱਚ ਪੈਰ ਹੀ ਨਹੀਂ ਪਾਇਆ ਜੋ ਜੰਮਦਿਆਂ ਮਰ ਗਏ ਨੇ। ਨਾ ਆਲੂਦ ਭਏ। ਤੇ ਨਾ ਹੀ ਉਸ ਚਿੱਕੜ ਦੇ ਵਿੱਚ ਉਹ ਭਾਵ ਲੀਨ ਹੋਏ ਨੇ ਤੇ ਨਾ ਹੀ ਉਹਨਾਂ ਨੂੰ ਇਹ ਸੰਸਾਰ ਰੂਪੀ ਚਿੱਕੜ ਦੀ ਮੈਲ ਲੱਗੀ ਹੈ। ਜਦੋਂ ਹਜੂਰ ਨੇ ਐਸੀ ਬਾਣੀ ਸੁਣੀ ਹੈ। ਸਵਈਆ ਛੰਦ ਇਹ ਭੀ ਨਹਿ ਪ੍ਰਮਾਨ ਹਮ ਕਰ ਹੈ। ਹਜੂਰ ਕਹਿੰਦੇ ਹਨ ਭਗਤ ਪੀਲੋ ਜੀ ਇਹ ਕੈਸੀ ਬਾਣੀ ਹੈ, ਇਸ ਨੂੰ ਅਸੀਂ ਪ੍ਰਮਾਣ ਨਹੀਂ ਕਰ ਸਕਦੇ। ਜਿਸ ਮੈਂ ਨਹੀਂ ਭਗਤ ਉਪਦੇਸ਼। ਕੋਈ ਭਗਤੀ ਦਾ ਉਪਦੇਸ਼ ਹੀ ਨਹੀਂ ਹੈ ਕਿ ਉਹ ਜੰਮਣਾ ਹੀ ਨਹੀਂ ਚਾਹੀਦਾ ਸੰਸਾਰ ਦੇ ਵਿੱਚ, ਨਾ ਹੀ ਚਿੱਕੜ ਲੱਗੇ ਨਾ ਹੀ ਕਿਸੇ ਨੂੰ ਕੋਈ ਮੈਲ ਲੱਗੇ। ਮਹਾਰਾਜ ਜੀ ਕਹਿੰਦੇ ਨੇ ਇਹ ਕੈਸੀ ਬਾਣੀ ਹੈ, ਇਹਦੇ ਵਿੱਚ ਤਾਂ ਕੋਈ ਭਗਵਾਨ ਦੀ ਤਾਂ ਗੱਲ ਹੀ ਨਹੀਂ ਕੀਤੀ। ਸ੍ਰੀ ਕਰਤਾਰ ਕੇਰ ਇਹ ਭਾਣਾ। ਇਹ ਤਾਂ ਜੰਮਣਾ ਮਰਨਾ ਭਗਤ ਪੀਲੋ ਜੀ ਕਰਤਾਰ ਦਾ ਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ। ਜੰਮਣ ਮਰਣਾ ਸੀਸ ਅਸੇਸ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਜੰਮਣਾ ਤੇ ਮਰਨਾ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ। ਤੇ ਇਹ ਗੁਰੂ ਘਰ ਦੇ ਨਾਲ ਤੇਰਾ ਮਤ ਮੇਲ ਨਹੀਂ ਖਾਂਦਾ। ਨਾਲੇ ਮਹਾਰਾਜ ਜੀ ਕਹਿੰਦੇ ਹਨ ਮਾਨੁਖ ਜਨਮ ਬਹੁੜ ਨਹਿ ਪਾਵੈ ਕਛੂ ਪਾਪ ਮੁਕਤ ਕਾ ਕਰ ਰਹੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤਾਂ ਸਗੋਂ ਸੁੰਦਰ ਮੌਕਾ ਦਿੱਤਾ ਹੈ ਕਿ ਵਾਹਿਗੁਰੂ ਵਿੱਚ ਲੀਨ ਹੋ ਜਾਣਾ। ਦੇਖ ਜੇ ਮਨੁੱਖਾ ਜਨਮ ਪਾ ਕੇ ਤੂੰ ਮੁਕਤੀ ਦਾ ਕੋਈ ਸਾਧਨ ਹੀ ਨਹੀਂ ਕਰ ਰਿਹਾ। ਇਹ ਤਾਂ ਹਜੂਰ ਮਨੁੱਖਾ ਜਨਮ ਨੂੰ ਤਾਂ 84 ਲੱਖ ਜੂਨਾਂ ਦੇ ਵਿੱਚੋਂ ਸ੍ਰੇਸ਼ਟ ਮੰਨਿਆ ਗਿਆ ਹੈ, ਕਿਉਂਕਿ ਇਸ ਦੇ ਵਿੱਚ ਗਿਆਨ ਧਾਰਨ ਕਰ ਸਕਦਾ ਹੈ। ਬਾਕੀ ਜੋ ਪਸ਼ੂ ਪੰਛੀਆਂ ਦੀਆਂ ਜੂਨਾਂ ਨੇ ਉਹ ਭੋਗਣ ਵਾਲੀਆਂ ਜੂਨਾਂ ਨੇ, ਇਸ ਜੂਨੀ ਵਿੱਚ ਗਤੀ ਹੋ ਸਕਦੀ ਹੈ। ਐਸਾ ਹਜੂਰ ਨੇ ਭਗਤ ਪੀਲੋ ਨੂੰ ਹੁਣ ਜਨਾਇਆ ਹੈ। ਪਾਏ ਜਨਮ ਨਰ ਲਾਭ ਲੈ ਸੁਭ। ਮਹਾਰਾਜ ਜੀ ਕਹਿੰਦੇ ਹਨ ਇਹ ਜਨਮ ਦਾ ਬੰਦੇ ਨੂੰ ਲਾਭ ਲੈ ਲੈਣਾ ਚਾਹੀਦਾ ਹੈ। ਜੇ ਹਜੂਰ ਜਨਮ ਦਿੰਦੇ ਨੇ ਸਭ ਦੇਵੀ ਦੇਵਤੇ ਇਸ ਮਨੁੱਖਾ ਜਨਮ ਨੂੰ ਤਰਸਦੇ ਨੇ, ਲਾਭ ਲੈ ਲੈਣਾ ਚਾਹੀਦਾ ਹੈ। ਭਜ ਹੈ ਸਦਾ ਸਤਨਾਮ ਵਿਸ਼ੇਸ਼। ਜਿਹੜਾ ਸਤਨਾਮ ਵਿਸ਼ੇਸ਼ ਹੈ ਸਦਾ ਪੁਨਾ ਪੁਨਾ ਭਜਨ ਕਰਨਾ ਚਾਹੀਦਾ ਹੈ। ਮੁਕਤੀ ਲੈ ਲੈਣੀ ਚਾਹੀਦੀ ਹੈ ਇਸ ਜਨਮ ਦੇ ਵਿੱਚ। ਹਜੂਰ ਕਹਿੰਦੇ ਹਨ ਬੜਾ ਅਮੁੱਲਕ ਮਿਲਿਆ ਹੈ ਇਹ ਮਨੁੱਖਾ ਜਨਮ। ਮਨ ਹੈ ਹੁਕਮ
ਖਸਮ ਕੋ ਨੀਕੋ। ਕਹੇ ਖਸਮ ਦਾ ਹੁਕਮ ਜੋ ਨੀਕੋ ਕਰਕੇ ਭਾਵ ਚੰਗਾ ਕਰਕੇ ਮੰਨ ਲੈਣਾ ਚਾਹੀਦਾ ਹੈ। ਤਿਆਗ ਹੈ ਹਉਮੈ ਸਹਿਤ ਕਲੇਸ਼। ਫਿਰ ਜਿਹੜੇ ਤੁਸੀਂ ਇਹ ਚਿੱਕੜ ਕਹਿੰਦੇ ਹੋ ਤੇ ਮੈਲ ਕਹਿੰਦੇ ਹੋ, ਇਹ ਜਦੋਂ ਹੁਕਮ ਤੋਂ ਬਾਹਰ ਚੱਲਦਾ ਹੈ ਬੰਦਾ ਉਦੋਂ ਲੱਗਦੇ ਨੇ। ਜੋ ਕੋਈ ਖਸਮ ਦਾ ਹੁਕਮ ਮੰਨਦਾ ਹੈ, ਸਭ ਹਉਮੈ ਦੇ ਕਲੇਸ਼ ਝਗੜੇ ਸਭ ਉਸ ਦੇ ਚੱਕੇ ਜਾਂਦੇ ਨੇ। ਦੋਹਰਾ ਛੱਜੂ ਕਹੋ ਮਤ ਆਪਨੋ। ਫਿਰ ਤੀਸਰਾ ਆਇਆ ਹੈ ਹਜੂਰ ਦੇ ਕੋਲ, ਇਹ ਛੱਜੂ ਭਗਤ ਇਹ ਵੀ ਲਾਹੌਰ ਤੋਂ ਉਹਨਾਂ ਦੇ ਨਾਲ ਆਇਆ ਹੈ। ਹਜੂਰ ਨੇ ਕਿਹਾ, ਹੁਣ ਭਾਈ ਤੂੰ ਆਪਣਾ ਮਤ ਸਾਨੂੰ ਸੁਣਾ। ਜਸ ਨਿਸ਼ਚਾ ਮਨ ਕੀਨ। ਜਿਸ ਤਰ੍ਹਾਂ ਉਹਨੇ ਮਨ ਦੇ ਵਿੱਚ ਨਿਸ਼ਚਾ ਕਰਕੇ ਕਹਿਣ ਲੱਗਾ ਹੈ। ਗੁਰ ਆਇਸ ਕੋ ਮਾਨ ਕਰ। ਜਦੋਂ ਹਜੂਰ ਨੇ ਪੁੱਛਿਆ ਹੈ, ਭਗਤ ਛੱਜੂ ਜੀ ਤੁਸੀਂ ਵੀ ਸਾਨੂੰ ਸੁਣਾਉਣਾ ਕਰੋ। ਬੋਲਿਓ ਸ਼ਬਦ ਨਵੀਨ। ਇਸ ਨੇ ਨਵੇਂ ਪ੍ਰਕਾਰ ਦਾ ਆਪਣਾ ਸ਼ਬਦ ਉਚਾਰਨ ਕਰਕੇ ਜਦੋਂ ਦੇਖਿਆ ਪਿਛਲੇ ਦੋਵਾਂ ਨੂੰ ਤਾਂ ਹਜੂਰ ਨੇ ਮਨਾ ਕਰ ਦਿੱਤਾ ਹੈ। ਇਹਨੇ ਫਿਰ ਆਪਣਾ ਇੱਕ ਨਵਾਂ ਸ਼ਬਦ ਉਚਾਰਨ ਕੀਤਾ ਹੈ। ਛੱਜੂ ਵਾਚ। ਇਹ ਛੱਜੂ ਦੇ ਵਾਚ ਹਨ ਜੋ ਇਹ ਭਗਤ ਛੱਜੂ ਜੀਆਂ ਦੀ ਬਾਣੀ ਹੈ। ਕਾਗਦ ਸੰਧੀ ਪੂਤਲੀ। ਕਹਿੰਦੇ ਹਨ ਜੇ ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ, ਭਾਵ ਜਾਂ ਇਸਤਰੀ ਨੂੰ ਕਾਗਜ਼ ਦੀ ਪੁਤਲੀ ਦੀ ਨਿਆਈ ਜਾਣਨਾ ਚਾਹੀਦਾ ਹੈ। ਤਉ ਨਾ ਤ੍ਰਿਆ ਨਿਹਾਰ। ਕਹਿੰਦੇ ਹਨ ਇਹ ਜੋ ਛੱਜੂ ਜੀ ਨੇ ਕਹਿੰਦੇ ਨੇ ਚਾਹੇ ਕਾਗਜ਼ ਦੀ ਇਸਤਰੀ ਬਣੀ ਹੋਵੇ ਉਹਦੇ ਵੱਲ ਵੀ ਨਹੀਂ ਵੇਖਣਾ ਚਾਹੀਦਾ, ਭਾਵ ਇਹਨੇ ਐਸਾ ਆਪਣਾ ਬਾਣੀ ਉਚਾਰਨ ਕੀਤੀ ਹੈ। ਯੋਂ ਹੀ ਮਾਰ ਲਜਾਵਹੀ। ਕਿਉਂਕਿ ਇਹ ਇਸਤਰੀਆਂ ਇਸੇ ਤਰ੍ਹਾਂ ਹੀ ਜਿੱਦਾਂ ਬਲੋਚਾਂ ਦੀ ਧਾੜ ਵਾਂਗੂ ਯਥਾ ਬਲੋਚਨ ਧਾਰ। ਕਿ ਏਦਾਂ ਇਹ ਮਾਰ ਲੈਂਦੀਆਂ ਹਨ ਜੀਵ ਨੂੰ। ਭਾਵ ਇਹਨੇ ਕਿਹਾ ਕਿ ਇਸਤਰੀ ਕਾਗਜ਼ ਦੀ ਬਣੀ ਹੋਵੇ ਉਹਦੇ ਵੱਲ ਵੀ ਨਹੀਂ ਦੇਖਣਾ ਚਾਹੀਦਾ। ਹੁਣ ਹਜੂਰ ਫਿਰ ਇਸ ਨੂੰ ਵੀ ਉੱਤਰ ਦਿੰਦੇ ਹਨ। ਸਵਈਆ ਛੰਦ ਛੱਜੂ ਭਗਤ ਸੁਨੋ ਮਤ ਹਮਰੋ। ਹਜੂਰ ਨੇ ਕਿਹਾ ਹੈ, ਭਗਤ ਛੱਜੋ ਜੀ ਹੁਣ ਸਾਡੇ ਘਰ ਦਾ ਮਤ ਤੁਸੀਂ ਸੁਣਨਾ ਕਰੋ। ਪੰਥ ਰਚਿਓ ਕਰਬੇ ਸਤ ਸੰਗ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਭਗਤ ਛੱਜੂ ਜੀ ਇਹ ਸੰਗਤ ਕਰਨ ਵਾਸਤੇ ਹਜੂਰ ਨੇ ਜੋ ਇਹ ਪੰਥ ਰਚਿਆ ਹੈ। ਸਿਮਰਹਿ ਮਿਲ ਕਰ ਸ਼੍ਰੀ ਪਰਮੇਸ਼ਰ। ਤੇ ਮਿਲ ਕੇ ਸਾਰੇ ਜੀਵ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ, ਰਹਿਸਤ ਬਿਖੈ ਲਿਵ ਲਾਏ ਅਭੰਗ। ਫਿਰ ਉਹਨਾਂ ਦੀ ਭਾਵ ਇੱਕ ਸਿੱਖ ਦੋਏ ਸਾਧ ਸੰਗ। ਕਿੱਥੇ ਕੱਲੇ ਨੇ ਵਿਸ਼ਿਆਂ ਨਾਲ ਮਨੁੱਖ ਨੇ ਲੜਨਾ ਸੀ, ਨਾਲ ਜੇ ਘਰ ਵਾਲੀ ਹੋਵੇ। ਹਜੂਰ ਨੇ ਗ੍ਰਸਤ ਮਾਰਗ ਚਲਾਇਆ ਹੈ। ਹਜੂਰ ਕਹਿੰਦੇ ਹਨ ਕਿੱਥੇ ਕੱਲੇ ਨੇ ਲੜਨਾ ਸੀ, ਹੁਣ ਦੋ ਮਿਲ ਕੇ ਵਿਸ਼ਿਆਂ ਨਾਲ ਲੜਨਗੇ, ਇਕੱਠੇ ਭਗਤੀ ਕਰਨਗੇ। ਘਰ ਘਰ ਹੋਵੇ ਧਰਮਸਾਲ। ਮਹਾਰਾਜ ਜੀਆਂ ਨੇ ਘਰਾਂ ਘਰਾਂ ਦੇ ਵਿੱਚ ਹੀ ਗੁਰਦੁਆਰਾ ਬਣਾ ਦਿੱਤਾ ਹੈ, ਜਿੱਥੇ ਐਸਾ ਕੀਰਤਨ ਹੁੰਦਾ ਹੈ। ਵਸੋਏ ਭਾਵ ਵਿਸਾਖੀ ਵਰਗੇ ਪੁਰਬ ਲੱਗੇ ਰਹਿੰਦੇ ਨੇ। ਇਸੇ ਤਰ੍ਹਾਂ ਹਜੂਰ ਨੇ ਕਿਹਾ ਗੁਰੂ ਘਰ ਦਾ ਸਿਧਾਂਤ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਹਜੂਰ ਕਹਿੰਦੇ ਹਨ ਉਹ ਇਸਤਰੀ ਨੂੰ ਕਿਉਂ ਛੱਜੂ ਜੀ ਮਾੜਾ ਕਹਿਣਾ, ਜਿਸ ਇਸਤਰੀ ਦੀ ਕੁੱਖ ਤੋਂ ਰਾਜਿਆਂ ਦਾ ਤੇ ਤੁਹਾਡਾ ਵੀ ਉਸ ਇਸਤਰੀ ਦੀ ਕੁੱਖ ਤੋਂ ਹੀ ਜਨਮ ਹੋਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਗ੍ਰਸਤ ਮਾਰਗ ਚਲਾਇਆ ਹੈ। ਪਹਿਲਾਂ ਹੁੰਦਾ ਸੀ ਸਾਧ ਸੰਗਤ ਜੀ, ਇਹ ਬ੍ਰਾਹਮਣ ਆਦਿਕ, ਫਿਰ ਬਾਣ ਪ੍ਰਸਤ ਇਤਿਆਦਿਕ ਇਹ ਸਭ ਗ੍ਰਸਤੀਆਂ ਨੂੰ ਗਲੀਚ ਕਹਿੰਦੇ ਸੀ, ਸੰਨਿਆਸੀ। ਤੇ ਫਿਰ ਸਾਧ ਸੰਗਤ ਜੀ ਗ੍ਰਸਤੀ ਆਉਂਦੇ ਸੀ, ਇਹ ਕਰਦੇ ਕੀ ਸੀ, ਮੰਗਦੇ ਤਾਂ ਉਹਨਾਂ ਗ੍ਰਸਤੀਆਂ ਦੇ ਘਰਾਂ ਚੋਂ ਹੀ ਛਕਦੇ ਸੀ, ਪਰ ਫਿਰ ਵੀ ਉਹਨਾਂ ਨੂੰ ਮਾੜਾ ਕਹਿੰਦੇ ਸੀ। ਹਜੂਰ ਨੇ ਕਿਹਾ ਹੈ, ਧੰਨ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਮਹਾਰਾਜ ਜੀਆਂ ਨੇ ਕਿਹਾ ਸਾਰੇ ਧਰਮਾਂ ਦੇ ਵਿੱਚ ਜੋ ਇਹ ਗ੍ਰਸਤ ਧਰਮ ਹੈ, ਇਸ ਨੂੰ ਹਜੂਰ ਨੇ ਪ੍ਰਧਾਨਤਾ ਦਿੱਤੀ ਹੈ। ਬੇਅੰਤ ਪ੍ਰਮਾਣ ਦੇ ਕੇ ਧੰਨ ਭਾਈ ਗੁਰਦਾਸ ਜੀ ਦੱਸਦੇ ਨੇ, ਜੈਸੇ ਸਰ ਸਲਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸਮੇਰ ਵੱਡੋ ਜਗਤ ਬਖਾਨ ਹੈ। ਜਿੱਦਾਂ ਸਰੋਵਰਾਂ ਦੇ ਵਿੱਚੋਂ ਸਭ ਤੋਂ ਵੱਡਾ ਸਮੁੰਦਰ ਨੂੰ ਮੰਨਿਆ ਜਾਂਦਾ ਹੈ,
ਪਰਬਤਾਂ ਦੇ ਵਿੱਚੋਂ ਮਹਾਨ ਪਰਬਤ ਸਾਧ ਸੰਗਤ ਜੀ ਸੁਮੇਰ ਪਰਬਤ ਨੂੰ ਮੰਨਿਆ ਜਾਂਦਾ ਹੈ। ਜੈਸੇ ਤਰ ਵਿਖੇ ਚੰਦਨ ਬਿਰਖ ਵੱਡੋ, ਰੁੱਖਾਂ ਦੇ ਵਿੱਚੋਂ ਚੰਦਨ ਬਿਰਖ ਦੀ ਬੜੀ ਉਪਮਾ ਕਹੀ ਜਾਂਦੀ ਹੈ। ਧੰਤਨ ਮੈਂ ਅਤ ਕਨਕ ਕੈ ਬਖਾਨ ਹੈ। ਜਿੱਦਾਂ ਧਾਤਾਂ ਦੇ ਵਿੱਚੋਂ ਸੋਇਨੇ ਨੂੰ ਉੱਤਮ ਮੰਨਿਆ ਜਾਂਦਾ ਹੈ। ਪੰਛੀਆਂ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ, ਪੰਛੀਆਂ ਦੇ ਵਿੱਚੋਂ ਹੰਸ ਪੰਛੀ ਉੱਤਮ ਮੰਨਿਆ ਜਾਂਦਾ ਹੈ। ਸ਼ੇਰਾਂ ਦੇ ਵਿੱਚੋਂ ਮਿਰਗ, ਹਿਰਨਾਂ ਦੇ ਵਿੱਚੋਂ ਸਾਰਦੂਲ ਸ਼ੇਰ ਦੀ ਕਿਸਮ ਬੜੀ ਗਹਿਰੀ ਮੰਨੀ ਜਾਂਦੀ ਹੈ। ਫਿਰ ਹਜੂਰ ਕਹਿੰਦੇ ਨੇ ਰਾਗਣ ਮੈਂ ਸ਼੍ਰੀ ਰਾਗ ਪਾਰਸ ਪਖਾਨ ਹੈ। ਜਿੱਦਾਂ ਰਾਗਾਂ ਦੇ ਵਿੱਚੋਂ ਸ਼੍ਰੀ ਰਾਗ ਨੂੰ ਉੱਤਮ ਮੰਨਿਆ ਜਾਂਦਾ ਹੈ, ਧਾਤਾਂ ਦੇ ਵਿੱਚੋਂ ਪਾਰਸ ਨੂੰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਗਿਆਨਨ ਮੈਂ ਗਿਆਨ ਗੁਰ, ਧਿਆਨਨ ਮੈਂ ਧਿਆਨ ਗੁਰ, ਸਗਲ ਜਗਤ ਮੈਂ ਗ੍ਰਸਤ ਪ੍ਰਧਾਨ ਹੈ। ਗਿਆਨਾਂ ਦੇ ਵਿੱਚੋਂ ਗੁਰੂ ਘਰ ਦਾ ਗਿਆਨ ਹੀ ਸ੍ਰੇਸ਼ਟ ਹੈ। ਧਿਆਨ ਲਾਉਣਾ ਹੋਵੇ ਗੁਰੂ ਜੀ ਦਾ ਧਿਆਨ ਸ੍ਰੇਸ਼ਟ ਹੈ। ਸਾਰੇ ਧਰਮਾਂ ਦੇ ਵਿੱਚੋਂ ਗ੍ਰਸਤ ਧਰਮ ਮਹਾਰਾਜ ਜੀਆਂ ਨੇ ਪ੍ਰਧਾਨਤਾ ਦੱਸੀ ਹੈ। हे ਛੱਜੂ ਜੀ, ਇਹ ਜੋ ਗ੍ਰਸਤ ਮਾਰਗ ਹੈ, ਹਜੂਰ ਨੇ ਸਾਧ ਸੰਗਤ ਜੀ ਬੇਅੰਤ ਹੋਰ ਵੀ ਲੌਕਿਕ ਪ੍ਰਮਾਣ ਵੀ ਆਉਂਦੇ ਨੇ। ਇਹ ਇੱਕ ਸੌਖਾ ਹੀ ਮੁਕਤੀ ਦਾ ਰਾਹ ਦੱਸਿਆ ਹੈ। ਹਜੂਰ ਕਹਿੰਦੇ ਨੇ ਜਦੋਂ ਰਿਸ਼ਤਾ ਵੀ ਕਰਨਾ ਹੋਵੇ ਨਾ, ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ, ਪੰਜ ਗੁਣਨ ਪਹਿਚਾਨ ਕੇ ਕਰੇ ਸਾਗ ਕੀ ਬਾਤ। ਇਹ ਪੰਜ ਗੁਣ ਵੇਖ ਕੇ ਸਾਗ ਦੀ ਗੱਲ ਕਰਨੀ ਚਾਹੀਦੀ ਹੈ। ਆਸਾ ਕੀ ਨੇ, ਉਹਨਾਂ ਬੱਚਿਆਂ ਦੀ ਡਿਜ਼ਾਇਰਸ ਕੀ ਨੇ ਕਿ ਅੱਗੇ ਪਰਮਾਰਥ ਵੱਲ ਚੱਲਣ ਦਾ ਦੋਵਾਂ ਦਾ ਰੁਚੀ ਹੈ, ਡਿਜ਼ਾਇਰ ਹੈ। ਇਸ਼ਟ ਇੱਕੋ ਹੈ, ਭਾਵ ਇੱਕੋ ਇਸ਼ਟ ਹੋਣਾ ਚਾਹੀਦਾ ਹੈ। ਇਹ ਨਹੀਂ ਇੱਕ ਦਾ ਭੈਰੋ ਹੋਵੇ ਤੇ ਇੱਕ ਦਾ ਬ੍ਰਹਮਾ ਸ਼ਿਵ ਜੀ ਹੋਰ ਹੋਣ, ਆਪਸ ਵਿੱਚ ਹੀ ਲੜੇ ਜਾਣ ਕਿ ਮੇਰਾ ਵੱਡਾ ਹੈ। ਫਿਰ ਉਪਾਸ਼ਨਾ ਬੰਦਗੀ ਕਿਸ ਤਰ੍ਹਾਂ ਦੀ ਹੈ ਕਿ ਸਵੇਰੇ ਹੀ ਲੜੀ ਜਾਣ, ਮੈਂ ਤਾਂ ਕੰਮ ਤੇ ਜਾਣਾ ਸੀ, ਤੂੰ 3 ਵਜੇ ਅਲਾਰਮ ਲਾ ਕੇ ਰੌਲਾ ਪਾਉਣ ਲੱਗ ਗਿਆ ਹੈ। ਖਾਣ ਪਾਣ ਫਿਰ ਸੇਮ ਹੋਣਾ ਚਾਹੀਦਾ ਹੈ। ਪਹਿਰਾਵਾ ਜੋ ਮਹਾਰਾਜ ਜੀਆਂ ਨੇ ਬਾਣਾ ਬਖਸ਼ਿਆ ਹੈ, ਜੇ 5 ਗੁਣ ਰਲਦੇ ਹੋਣ ਨਾ, ਇਹ ਸਿਆਣਿਆਂ ਦੇ ਕਥਨ ਨੇ ਕਿ ਕਰੈ ਸਾਗ ਕੀ ਬਾਤ। ਉਥੇ ਮਹਾਰਾਜ ਜੀ ਕਹਿੰਦੇ ਨੇ ਸਾਗ ਦੀ ਗੱਲ ਕਰਨੀ ਚਾਹੀਦੀ ਹੈ। ਫਿਰ ਇਹ ਗ੍ਰਸਤ ਮਾਰਗ ਕੈਸਾ ਹੁੰਦਾ ਹੈ, ਕਿੱਥੇ ਇਕੱਲੇ ਨੇ ਵਿਸ਼ਿਆਂ ਨਾਲ ਲੜਨਾ ਸੀ। ਹੁਣ ਹਜੂਰ ਕਹਿੰਦੇ ਨੇ ਦੋਵੇਂ ਲੜਦੇ ਨੇ। ਘਰ ਦੇ ਵਿੱਚ ਹੀ ਹਜੂਰ ਨੇ ਸਤ ਸੰਗਤ ਦਾ ਸੁਖੈਨ ਸਾਧਨ ਬਖਸ਼ਿਆ ਹੈ। ਸੱਜੋ ਜੀ, ਤੁਹਾਡੀ ਬਾਣੀ ਤਾਂ ਮੇਲ ਹੀ ਨਹੀਂ ਖਾਂਦੀ। ਸਾਡੀ ਬਾਣੀ ਤਾਂ ਕਹਿੰਦੀ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਸ ਇਸਤਰੀ ਨੇ ਐਸੇ ਐਸੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਹੈ। ਤੁਸੀਂ ਤਾਂ ਕਹਿੰਦੇ ਹੋ ਕਿ ਚਾਹੇ ਲੱਕੜ ਦੀ ਹੋਵੇ ਦੇਖਣੀ ਨਹੀਂ ਚਾਹੀਦੀ। ਇਹ ਹਜੂਰ ਜਿਸ ਤਰ੍ਹਾਂ ਦੱਸਦੇ ਹਨ, ਕਾਰ ਧਰਮ ਕੀ ਕਰ ਗੁਜ਼ਾਰ ਨਹਿ। ਮਹਾਰਾਜ ਜੀ ਕਹਿੰਦੇ ਨੇ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ। ਸੇਵ ਹੈ ਸੰਤਨ ਸਹਿਤ ਉਮੰਗ। ਫਿਰ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਸੰਨਿਆਸੀ ਨਹੀਂ ਕਰ ਸਕਦਾ, ਇਹ ਕੇਵਲ ਗ੍ਰਸਤੀ ਕਰ ਸਕਦੇ ਨੇ। ਇਕੱਠੇ ਰਲ ਕੇ ਧਰਮ ਦੀ ਕਿਰਤ ਕਰਨ, ਫਿਰ ਸੰਗਤ ਕਰਿਆ ਕਰਨ ਇਕੱਠੇ। ਜੇ ਗ੍ਰਸਤੀ ਦੇ ਘਰੋਂ ਕੋਈ, ਇਹ ਵੀ ਮੰਨਿਆ ਜਾਂਦਾ ਗ੍ਰੰਥਾਂ ਵਿੱਚ ਜ਼ਿਕਰ ਆਉਂਦੇ ਨੇ, ਕੋਈ ਸਾਧੂ ਭੁੱਖਾ ਮੁੜ ਜਾਵੇ ਚੰਗਾ ਨਹੀਂ ਸਮਝਿਆ ਜਾਂਦਾ। ਇਹ ਗ੍ਰਸਤੀ ਦੇ ਵੀ ਕੁਝ ਨਿਯਮ ਹੁੰਦੇ ਨੇ। ਗ੍ਰਸਤੀ ਕਿੱਥੇ ਧਰਮ ਦੀ ਕਿਰਤ ਕਰਦੇ ਨੇ। ਫਿਰ ਹਜੂਰ ਨੇ ਕਿਹਾ ਹੈ ਕਿ ਜੇ 2 ਜਾਣੇ ਨੇ ਗ੍ਰਸਤੀ ਨੇ ਜਿਹੜੇ ਸੰਨਿਆਸ ਲੈ ਲਿਆ ਹੈ ਜਾਂ ਬ੍ਰਹਮਚਰਜ ਕਹਿੰਦੇ ਨੇ, ਉਹ ਬੰਦਗੀ ਵੀ ਵਧੇਰੇ ਕਰਨੀ ਪੈਂਦੀ ਹੈ, ਪਰ ਮਨ ਫਿਰ ਵੀ ਨਹੀਂ ਟਿਕਦਾ, ਬੜਾ ਕਠਿਨ ਹੈ। ਪਰ ਗ੍ਰਸਤੀ ਮਾਰਗ ਹਜੂਰ ਨੇ ਸੁਖੈਣਾ ਦਿੱਤਾ ਹੈ। ਸਮਾਂ ਸਾਧ ਸੰਗਤ ਜੀ ਵਧੇਰੇ ਹੋ ਗਿਆ ਹੈ। ਇਸ ਤੋਂ ਅੱਗੇ ਜਿਸ ਤਰ੍ਹਾਂ ਇੱਕ ਅੱਗੇ ਹੋਰ ਭਗਤ ਆਪਣੀ ਬਾਣੀ ਸ਼ਾਹ ਹੁਸੈਨ ਉਚਾਰੇਗਾ, ਉਹ ਆਪਣਾ ਮਤ ਉਚਾਰੇਗਾ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਰੁੱਤ ਵੇ ਅੜਿਆ। ਸਿੱਖ ਵੀ ਮੁਸਕਰਾ ਪੈਂਦੇ ਨੇ। ਹਜੂਰ ਕਹਿੰਦੇ ਨੇ ਸਾਡੇ ਘਰ ਦਾ ਐਸਾ ਸਿਧਾਂਤ ਨਹੀਂ ਭਗਤ ਪੀਲੂ ਜੀ। ਸਾਡੇ ਘਰ ਦਾ ਸਿਧਾਂਤ ਹੈ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਸੰਤ ਮਸ਼ਟ ਕਰ ਰਹੀ ਹੈ। ਜੇ ਸੰਤ ਮਿਲੇ ਤਾਂ ਵਿਚਾਰ ਗੋਸ਼ਟ ਕਰ ਲੈਣੀ ਚਾਹੀਦੀ ਹੈ। ਨਾਸਤਕ ਦਾ ਤਾਂ ਪਰਛਾਵਾਂ ਨਹੀਂ ਹਜੂਰ ਕਹਿੰਦੇ ਪੈਣਾ ਚਾਹੀਦਾ। ਮਸ਼ਟ ਚੋਪੀ ਧਾਰਨ ਕਰ ਲੈਣੀ ਚਾਹੀਦੀ ਹੈ। ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਐਸਾ ਸਾਡੇ ਘਰ ਦਾ ਸਿਧਾਂਤ ਹੈ। ਜਿੱਦਾਂ ਹਜੂਰ ਕਿਰਪਾ ਕਰਨਗੇ ਸਾਧ ਸੰਗਤ ਜੀ। ਇਹ ਪ੍ਰਸੰਗ ਤਾਂ ਵੱਡੇ ਹਨ, ਪਰ 28 ਤਰੀਕ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ।
ਜਿਸ ਤਰ੍ਹਾਂ ਹਜੂਰ ਕਿਰਪਾ ਕਰਨਗੇ ਉਸ ਦਿਨ ਫਿਰ ਆਪਾਂ ਉਹ ਪ੍ਰਸੰਗ ਸਰਵਣ ਕਰਾਂਗੇ। ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ। ਬਾਬਾ ਬੁੱਢਾ ਜੀਆਂ ਨੂੰ ਹਜੂਰ ਜਿਸ ਤਰ੍ਹਾਂ ਆਗਿਆ ਦਿੰਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਹੁਕਮਨਾਮਾ ਸਾਹਿਬ ਲਵੋ ਸਭ ਪੰਥ ਸੁਣੈ। ਫਿਰ ਜੋ ਹੁਕਮਨਾਮਾ ਸਾਹਿਬ ਉਸ ਸਮੇਂ ਆਉਂਦਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਐਸੇ ਸਤਿਗੁਰ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ। ਆਪਾਂ ਉਸ ਦਿਨ ਸਰਵਣ ਕਰਾਂਗੇ। ਆਪਾਂ ਫਿਰ ਕੱਲ ਨੂੰ ਸਰਵਣ ਕਰਾਂਗੇ ਕਿਸ ਤਰ੍ਹਾਂ ਸ਼ਲੋਕ ਸਹਿਸਕ੍ਰਿਤੀ ਦੀ ਬਾਣੀ ਮਹਾਰਾਜ ਜੀ ਉਚਾਰਨ ਕਰਦੇ ਹਨ। ਦੋ ਜੋ ਬ੍ਰਾਹਮਣ ਹਨ ਕਾਂਛੀ ਤੋਂ ਹਜੂਰ ਦੇ ਪਾਸ ਆਉਂਦੇ ਨੇ, ਫਿਰ ਭੱਟ ਸਾਹਿਬਾਨ ਆਉਂਦੇ ਨੇ। ਹਜੂਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਜੋ ਬੀੜ ਤਿਆਰ ਕਰਦੇ ਨੇ, ਜਿਸ ਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ, ਜਿਸ ਵਿੱਚ ਪ੍ਰਭਾਤੀ ਰਾਗ ਤਿੱਕਰ ਹਜੂਰ ਨੇ ਸਾਧ ਸੰਗਤ ਜੀ ਬਾਣੀ ਉਚਾਰਨ ਕੀਤੀ ਹੈ। ਦਸਵੇਂ ਪਾਤਸ਼ਾਹ ਨੇ ਫਿਰ ਰਾਗ ਜੈਜਾਵੰਤੀ ਜੋ 71ਵਾਂ ਰਾਗ ਹੈ, ਜਿਸ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਦਰਜ ਹੈ, ਉਹ ਹਜੂਰ ਨੇ ਉਚਾਰਨ ਕੀਤੀ ਹੈ। ਇਹ ਰਾਗਾਂ ਵਿੱਚ ਵੀ ਬੜੇ ਭੇਦ ਨੇ। ਸ੍ਰੀ ਰਾਗ ਰਾਤ ਦੇ ਪਹਿਲੇ ਪਹਿਰ ਵਿਖੇ ਗਾਇਆ ਜਾਂਦਾ ਹੈ। ਪ੍ਰਭਾਤੀ ਰਾਗ ਭਾਵ ਪ੍ਰਭਾਤ ਜਦੋਂ ਸੂਰਜ ਚੜ੍ਹਦਾ ਹੈ, ਹਜੂਰ ਨੇ ਜਣਾ ਦਿੱਤਾ ਹੈ ਇਹ ਅਗਿਆਨ ਦੀ ਰਾਤ ਜਦੋਂ ਸ਼੍ਰੀ ਰਾਗ ਤੋਂ ਸ਼ੁਰੂ ਕਰੋਗੇ, ਹਿਰਦੇ ਵਿੱਚ ਪ੍ਰਭਾਤ ਇਹ ਸੂਰਜ ਗਿਆਨ ਦਾ ਚੜ੍ਹ ਆਵੇਗਾ, ਸਭ ਗਿਆਨ ਨਾਸ਼ ਹੋ ਜਾਵੇਗਾ। ਸਤਿਗੁਰ ਜੀ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਸਤਿਗੁਰ ਜੀ ਕਿਰਪਾ ਕਰਨ, ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਚਾ ਭੰਗ ਬਖਸ਼ਣ। ਜਿਸ ਸਮੇਂ ਸਾਧ ਸੰਗਤ ਜੀ ਨਗਰ ਦਾ ਨਾਮ ਨਹੀਂ ਚੇਤੇ ਆਉਂਦਾ, ਇੱਕ ਪੰਜਾਬ ਵਿੱਚ ਐਸਾ ਨਗਰ ਹੈ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਵਾਰਾ ਜਾਣਾ ਹੁੰਦਾ ਹੈ, 3 ਦਿਨ ਪਹਿਲਾਂ ਤੋਂ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਭਾਈ ਫਲਾਣੇ ਸਿੰਘ ਦੇ ਘਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਵਾਰੀ ਇੰਨੇ ਸਮੇਂ ਤੇ ਜਾਵੇਗੀ। ਜਦੋਂ ਸਮਾਂ ਆਉਂਦਾ ਹੈ, ਸਾਰਾ ਨਗਰ ਬਾਹਰ ਗਲੀਆਂ ਜਾ ਕੇ ਖੜਾ ਹੋ ਜਾਂਦਾ ਹੈ ਕਿ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਵਾਰੀ ਜਾ ਰਹੀ ਹੈ। ਸਭ ਇੰਨਾ ਅਦਬ ਕਰਦੇ ਨੇ। ਇਤਿਹਾਸ ਵਿੱਚੋਂ ਆਪਾਂ ਨੂੰ ਪੜ੍ਹਨ ਨੂੰ ਵੀ ਮਿਲਦਾ ਹੈ ਨਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਘੋੜੇ ਤੇ ਨਿਕਲਦੇ ਨੇ, ਗਲੀਆਂ ਵਿੱਚ ਸਭ ਸਿੱਖ ਸੰਗਤਾਂ ਆ ਕੇ ਖਲੋ ਜਾਂਦੇ ਨੇ, ਨਫੀਰੀਆਂ ਨਗਾਰੇ ਵੱਜਣ ਲੱਗ ਪੈਂਦੇ ਨੇ। ਇਸ ਤਰ੍ਹਾਂ ਹਜੂਰ ਦਾ ਸਤਿਕਾਰ ਹੋਣਾ ਚਾਹੀਦਾ ਹੈ, ਪਰ ਅੱਜ ਉਹ ਸਭ ਵਿਸਰਦਾ ਜਾ ਰਿਹਾ ਹੈ। ਹਜੂਰ ਦੇ ਸਰੂਪ ਤੇ ਨਹੀਂ ਗੁਰੂ ਕੇ ਸਿੱਖਾਂ ਨੂੰ ਸ਼ਰਧਾ ਹੁੰਦੀ, ਫਿਰ ਹਜੂਰ ਦੇ ਬਰੋਬਰ ਤੇ ਨਹੀਂ ਕਦੇ ਹਾਲ ਵਿੱਚ ਬੈਠਣਾ ਚਾਹੀਦਾ। ਇਹ ਮਹਾਰਾਜ ਜੀਆਂ ਦਾ ਸਤਿਕਾਰ ਨਹੀਂ ਏਦਾਂ ਹੁੰਦਾ। ਖੁਸ਼ੀ ਪਾਉਣ ਆਉਣੇ ਹਾਂ, ਮਹਾਰਾਜ ਜੀ ਖੁਸ਼ੇ ਬਖਸ਼ਦੇ ਨੇ। ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਤਨ ਦੇ ਰੋਗ ਤਾਂ ਕੀ, ਗੋਡੇ ਗੁੱਡੇ ਤਾਂ ਕੀ ਸਹੀ ਹੋਣੇ, ਮਹਾਰਾਜ ਜੀ ਮਨ ਦੇ ਰੋਗ ਕੱਟ ਦਿੰਦੇ ਨੇ ਜੇ ਹਜੂਰ ਤੇ ਸ਼ਰਧਾ ਕਰਕੇ ਗੁਰ ਸਿਖਾਉਣ। ਸਤਿਗੁਰ ਜੀ ਕਿਰਪਾ ਕਰਨ, ਹਜੂਰ ਦਾ ਸਤਿਕਾਰ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀ ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਚਾ ਭੰਗ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਾਰ ਧਰਮ ਕੀ ਕਰ ਗੁਜ਼ਾਰ ਨਹਿ, ਸੇਵਹਿ ਸੰਤਨ ਸਹਿਤ ਉਮੰਗ। ਭਾਉ ਭਗਤ ਕਰ ਜਗਤ ਸੋ ਤਰ ਹੈ, ਸਤ ਨਾਮ ਕੋ ਚੜੇ ਬੋ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਆਪ ਸੰਗਤਾਂ ਨਾਲ ਕਰ ਰਹੇ ਸਨ ਭਾਈ ਕਰਮਵੀਰ ਸਿੰਘ ਜੀ। ਗੁਰਮੁਖਾਂ ਪਿਆਰਿਆਂ ਦਾ ਬਹੁਤ ਧੰਨਵਾਦ ਹੈ ਜੋ ਕਿ ਸ਼ਹੀਦਾਂ ਦੇ ਸਿਰਤਾਜ ਪੰਚਮ